ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਦੋਸਤੋ, ਸਾਡੇ ਟੀਮ ਦੇ ਅਹਿਮ ਮੈਂਬਰ ਹਨ ਸਰਦਾਰ ਗੁਰਿੰਦਰ ਸਿੰਘ ਜੀ, ਜਿਹੜੇ ਕਿ ਅੱਜ ਕੱਲ੍ਹ ਭਾਰਤ ਦੇ ਵਿੱਚ ਨੇ ਔਰ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਨੂੰ ਕੋਈ ਫੈਮਿਲੀ ਓਬਲੀਗੇਸ਼ਨ ਕਰਕੇ ਭਾਰਤ ਵਿੱਚ ਜਾਣਾ ਪਿਆ ਸੀਗਾ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ 에ਅਰਲਾਈਨਸ ਡਿਲੇ ਨੇ, ਇਸ ਕਰਕੇ ਇਸ ਵੇਲੇ ਉਹਨਾਂ ਦਾ ਇੱਥੇ ਆਉਣਾ ਸੰਭਵ ਨਹੀਂ ਹੈ। ਸੋ ਅਸੀਂ ਸੋਚਿਆ ਵੀ ਉਹਨਾਂ ਕੋਲੋਂ ਭਾਰਤ ਦੀ ਜਿਹੜੀ ਤਾਜ਼ਾ ਤਰੀਨ ਖਬਰਾਂ ਨੇ, ਕੀ ਮੌਜੂਦਾ ਹਾਲਾਤ ਨੇ, ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਰਦਾਰ ਗੁਰਿੰਦਰ ਸਿੰਘ ਜੀ। ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ ਮਨਜੀਤ ਸਿੰਘ ਜੀ। ਭਾਜੀ, ਇੰਡੀਆ ਵਿੱਚ ਗਿਆ ਨੂੰ ਤੁਹਾਨੂੰ ਕਾਫੀ ਚਿਰ ਹੋ ਗਿਆ ਜੀ, ਵੈਕਸੀਨੇਸ਼ਨ ਵਗੈਰਾ ਲਵਾ ਲਈ ਹੈ ਜੀ? ਹਾਂ ਬਿਲਕੁਲ ਜੀ, ਤਕਰੀਬਨ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਕਿਸੇ ਫੈਮਿਲੀ ਐਮਰਜੈਂਸੀ ਕਰਕੇ ਆਉਣਾ ਪਿਆ ਸੀ, ਲੇਕਿਨ ਜੋ ਹਾਲਾਤ ਨੇ, ਜਿਸ ਤਰ੍ਹਾਂ ਜਿਹੜੀ ਟਰੈਵਲ ਤੇ ਜਿਹੜੀਆਂ ਆਪਣੇ ਬੰਦਸ਼ਾਂ ਨੇ, ਰਿਸਟ੍ਰਿਕਸ਼ਨਸ ਨੇ ਕੈਨੇਡਾ ਸਰਕਾਰ ਵੱਲੋਂ ਤੇ ਦੁਨੀਆ ਦੇ ਬਹੁਤ ਸਾਰੇ ਹੋਰ ਮੁਲਕਾਂ ਵੱਲੋਂ, ਉਹਦੇ ਕਰਕੇ ਹੁਣ ਇੱਥੇ ਰੁਕਣਾ ਪੈ ਰਿਹਾ ਜੀ। ਬਾਕੀ ਤੁਸੀਂ ਗੱਲ ਕੀਤੀ ਹੈ ਵੈਕਸੀਨੇਸ਼ਨ ਦੀ। ਵੈਕਸੀਨੇਸ਼ਨ ਦਾ ਇੱਕ ਸ਼ਾਟ ਜਿਹੜਾ ਹੈ ਉਹ ਲੱਗ ਚੁੱਕਿਆ ਹੈ ਜੀ, ਦੂਸਰਾ ਲਗਾਉਣ ਦਾ ਯਤਨ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਹੁਣ ਤੱਕ ਮੈਂ ਕਹਿ ਸਕਦਾ ਕਿ ਹਾਲਾਤ ਠੀਕ ਨੇ ਜੀ। ਚਲੋ ਜੀ, ਕਾਮਨਾ ਕਰਦੇ ਹਾਂ ਕਿ ਦੂਜੀ ਜਿਹੜੀ ਡੋਜ਼ ਆ ਉਹ ਵੀ ਤੁਹਾਨੂੰ ਲੱਗ ਜਾਏ ਔਰ ਤੁਹਾਡੀ ਸਿਹਤਯਾਬੀ ਦੇ ਲਈ ਵੀ ਅਰਦਾਸ ਕਰਦੇ ਹਾਂ ਔਰ ਫਟਾਫਟ ਜਿਹੜੇ ਇਹ ਮਾਹੌਲ ਜਿਹੜਾ ਵਾ ਨਾਰਮਲ ਹੋ ਜਾਏ ਔਰ ਤੁਸੀਂ ਬੈਕ ਟੂ ਕੈਨੇਡਾ ਆਓ ਜੀ। ਤੇ ਭਾਜੀ, ਖਬਰਾਂ ਦੀ ਸਾਂਝ ਪਾਉਂਦੇ ਆ ਜੀ। 26 ਮਈ ਨੂੰ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀਗਾ 3 ਕਾਲੇ ਕਾਨੂੰਨਾਂ ਨੂੰ ਲੈ ਕੇ, ਉਹਨੂੰ ਲਗਭਗ 6 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਜੀ। ਇਸ ਸਮੇਂ ਦੌਰਾਨ ਕਾਫੀ ਉਤਰਾਅ ਚੜਾਅ ਆਵੇ, ਕਈ ਵਾਰੀ ਲੱਗਦਾ ਸੀਗਾ ਵੀ ਮਸਲਾ ਹੱਲ ਹੋਣ ਦੇ ਨੇੜੇ ਆ, ਪਰ ਫਿਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕੰਨਾਂ ਤੇ ਕੋਈ ਜੂੰ ਸਰਕਦੀ ਨਜ਼ਰ ਨਹੀਂ ਆਈ। ਔਰ 26 ਮਈ ਦਾ ਦਿਨ ਜਿਹੜਾ ਸੀਗਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਅਤੇ ਅਰਥੀ ਫੂਕ ਪ੍ਰਦਰਸ਼ਨ ਦੇ ਤੌਰ ਤੇ ਐਲਾਨ ਕੀਤਾ ਗਿਆ। ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਜੀ ਕਿ ਇਹ ਜਿਹੜਾ ਪ੍ਰਦਰਸ਼ਨ ਸੀਗਾ ਇਹਦੇ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਔਰ ਕਿੰਨਾ ਕੁ ਕਾਮਯਾਬ ਰਿਹਾ, ਖਾਸ ਕਰਕੇ ਪੰਜਾਬ ਦੇ ਵਿੱਚ ਕਿਵੇਂ ਇਹਦਾ ਰਿਐਕਸ਼ਨ ਰਿਹਾ ਜੀ? ਇਸ ਤਰ੍ਹਾਂ ਜੀ ਕਿ ਬਿਨਾਂ ਸ਼ੱਕ 6 ਮਹੀਨੇ ਕਿਸਾਨ ਅੰਦੋਲਨ ਨੂੰ ਹੋ ਗਏ ਨੇ, ਖਾਸ ਕਰਕੇ ਕਿਸਾਨਾਂ ਨੂੰ ਹੋ ਗਏ ਨੇ ਦਿੱਲੀ ਦੇ ਬਾਰਡਰ ਜਿਹੜੇ ਨੇ ਉੱਥੇ ਬੈਠਿਆਂ ਨੂੰ। ਲੇਕਿਨ ਅਸੀਂ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਆ, ਅਸੀਂ ਇਹ ਜਾਣਦੇ ਹਾਂ ਕਿ ਇਹ ਅੰਦੋਲਨ ਉਸ ਤੋਂ ਵੀ ਕਾਫੀ ਸਮਾਂ ਪਹਿਲਾਂ ਦਾ ਚੱਲ ਰਿਹਾ। ਜਦੋਂ ਤੋਂ ਇਹ 3 ਕਾਨੂੰਨ ਆਏ ਨੇ, ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਦੋਜਹਿਦ ਜਾਰੀ ਹੈ ਕਿਸਾਨਾਂ ਵੱਲੋਂ। ਹੁਣ ਕੱਲ ਦਾ ਜਿਹੜਾ ਦਿਨ ਸੀਗਾ, ਇੱਥੇ ਸਮੁੱਚੇ ਭਾਰਤ ਦੇ ਵਿੱਚ ਇੱਕ ਰੋਸ ਦਾ ਪ੍ਰਗਟਾਵਾ ਕੀਤਾ ਗਿਆ, ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੇ ਉਹਨਾਂ ਦੀ ਛਤਰਛਾਇਆ ਥੱਲੇ ਇਹ ਕਾਲ ਦਿੱਤੀ ਗਈ ਸੀ ਤੇ ਸਮੁੱਚੇ ਭਾਰਤ ਦੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ। ਕਿਤੇ ਘੱਟ ਹੋਵੇਗਾ, ਕਿਤੇ ਵੱਧ ਹੋਵੇਗਾ, ਲੇਕਿਨ ਮੈਂ ਜਿਸ ਐਂਗਲ ਤੋਂ ਇਸ ਨੂੰ ਵੇਖਣ ਦਾ ਯਤਨ ਕਰ ਰਿਹਾ, ਕਿਉਂਕਿ 6 ਮਹੀਨਿਆਂ ਦੇ ਵਿੱਚ ਤਬਦੀਲੀਆਂ ਬਹੁਤ ਸਾਰੀਆਂ ਹੋਈਆਂ ਨੇ। ਇੱਕ ਤਬਦੀਲੀ ਇਹ ਹੋਈ ਹੈ ਵੱਡੇ ਤੌਰ ਤੇ ਕਿ ਜਿਹੜੀ ਬੰਗਾਲ ਦੇ ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋਈਆਂ ਔਰ ਖਾਸ ਕਰਕੇ ਬੰਗਾਲ ਦੀਆਂ ਚੋਣਾਂ ਦੇ ਜਿਹੜੇ ਨਤੀਜੇ ਸਨ, ਉੱਥੋਂ ਮੌਜੂਦਾ ਜਿਹੜੀ ਭਾਰਤ ਦੇ ਵਿੱਚ ਰਾਜ ਕਰ ਰਹੀ ਪਾਰਟੀ ਹੈ ਉਸ ਨੂੰ ਵੱਡਾ ਕਰਾਰਾ ਝਟਕਾ ਲੱਗਿਆ ਹੈ। ਸ਼ਾਇਦ ਉਹਨਾਂ ਦੀ ਉਮੀਦ ਤੋਂ ਵੱਡਾ ਝਟਕਾ ਲੱਗਿਆ ਹੈ। ਉਹਨਾਂ ਨੂੰ ਉਮੀਦ ਬਿਲਕੁਲ ਵੱਖਰੀ ਸੀ, ਲੇਕਿਨ ਹੋਇਆ ਬਿਲਕੁਲ ਉਲਟ ਹੈ। ਸੋ ਉਸ ਦੇ ਨਾਲ ਇਹ ਹੋਇਆ ਕਿ ਦੂਸਰੀ ਸਿਚੁਏਸ਼ਨ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਕਿ ਜਿਸ ਮਹਾਮਾਰੀ ਦਾ ਸਾਰੀ ਦੁਨੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਭਾਰਤ ਵੀ ਉਸ ਦਾ ਸਾਹਮਣਾ ਕਰ ਰਿਹਾ ਹੈ। ਲੇਕਿਨ ਪਹਿਲੀ ਵੇਵ ਦੇ ਵਿੱਚ ਇਸ ਤਰ੍ਹਾਂ ਲੱਗਿਆ ਸੀ ਕਿ ਭਾਰਤ ਨੇ ਬੜੀ ਸਰਲਤਾ ਦੇ ਨਾਲ, ਬੜੀ ਸਹਿਜਤਾ ਦੇ ਨਾਲ ਉਸ ਤੇ ਕਾਬੂ ਪਾ ਲਿਆ ਔਰ ਸ਼ਾਇਦ ਸਰਕਾਰਾਂ ਨੂੰ ਵੀ ਜਾਂ ਕੁਝ ਲੋਕਾਂ ਨੂੰ ਵੀ ਇਹ ਭੁਲੇਖਾ ਲੱਗਿਆ ਕਿ ਅਸੀਂ ਕੋਈ ਵਧੀਆ ਕੰਮ ਕੀਤਾ, ਜਿਹਦੇ ਕਰਕੇ ਭਾਰਤ ਤੇ ਬਹੁਤਾ ਅਸਰ ਪਹਿਲੀ ਵੇਵ ਦਾ ਨਹੀਂ ਹੋਇਆ। ਉਸ ਦਾ ਨਤੀਜਾ ਇਹ ਹੋਇਆ ਕਿ ਦੂਸਰੀ ਵੇਵ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਅਜੇ ਤੱਕ ਵੀ ਭਾਰਤ ਨੂੰ ਕਰਨਾ ਪੈ ਰਿਹਾ ਹੈ। ਮੌਤਾਂ ਦੀ ਗਿਣਤੀ ਦੇ ਅੰਕੜਿਆਂ ਤੇ ਵਿਵਾਦ ਹੈ, ਵੈਕਸੀਨੇਸ਼ਨ ਬਾਰੇ ਬਹੁਤ ਵੱਡਾ ਵਿਵਾਦ ਹੈ। ਜਿਹੜਾ ਮੁਲਕ ਇੱਕ ਸਮੇਂ ਤੇ ਇਹ ਕਹਿੰਦਾ ਸੀ ਅਸੀਂ ਵੈਕਸੀਨੇਸ਼ਨ ਗੁਰੂ ਬਣਨਾ ਹੈ, ਉਸ ਮੁਲਕ ਨੂੰ ਅੱਜ ਦੂਜੇ ਮੁਲਕਾਂ ਵੱਲ ਵੇਖਣਾ ਪੈ ਰਿਹਾ ਕਿ ਸਾਨੂੰ ਕੋਈ ਮੁਲਕ ਅਗਰ ਉਹਨਾਂ ਦੇ ਕੋਲ ਕੋਈ ਵਾਧੂ ਵੈਕਸੀਨੇਸ਼ਨ ਹੈ ਤਾਂ ਸਾਨੂੰ ਦੇ ਦੇਵੇ। ਸੋ ਕੁੱਲ ਮਿਲਾ ਕੇ ਮੈਂ ਇਹ ਦੱਸਣ ਦਾ ਯਤਨ ਕਰ ਰਿਹਾ ਕਿ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ, ਸੈਂਟਰ ਦੀ ਸਰਕਾਰ, ਜਿਹੜੀ ਕਿ ਬਿਨਾਂ ਸ਼ੱਕ ਇੱਕ ਮੈਜੋਰਟੀ ਵਾਲੀ ਮੁਤਸਵੀ ਸਰਕਾਰ ਹੈ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ।
ਔਰ ਉਹ ਪਹਿਲੀ ਵਾਰ ਭਾਰਤ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਘਿਰੀ ਹੋਈ ਹੈ। ਉਸ ਸੰਦਰਭ ਦੇ ਵਿੱਚ ਜਦੋਂ ਅਸੀਂ ਕਿਸਾਨ ਅੰਦੋਲਨ ਨੂੰ ਦੇਖਦੇ ਹਾਂ, ਤੇ ਕਿਸਾਨ ਅੰਦੋਲਨ ਜਿਹੜਾ ਇੱਕ ਸਮੇਂ, ਅਗਰ ਮੈਂ ਇਸੇ ਸਾਲ ਦੇ ਫਰਵਰੀ ਮਾਰਚ ਦੀ ਗੱਲ ਕਰਾਂ, ਤੇ ਅਕਸਰ ਇਹ ਗੱਲਾਂ ਚੱਲ ਰਹੀਆਂ ਸਨ ਕਿ ਸ਼ਾਇਦ ਕਿਸਾਨ ਅੰਦੋਲਨ ਜਿਹੜਾ ਹੈ ਉਹ ਦਮ ਤੋੜ ਰਿਹਾ ਹੈ, ਜਾਂ ਉਸ ਦੀ ਜਿਹੜੀ એનર્ਜੀ ਹੈ ਜਾਂ ਉਸ ਦੀ ਜਿਹੜੀ ਸ਼ਕਤੀ ਹੈ, ਉਸ ਦੀ ਤਾਕਤ ਦੇ ਵਿੱਚ ਕੁਝ ਘਟਾਅ ਹੋ ਰਿਹਾ ਹੈ। ਲੇਕਿਨ ਇਹਨਾਂ ਦੋਨਾਂ ਕਾਰਨਾਂ ਕਰਕੇ, ਜੇ ਇੱਕ ਤੇ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ, ਦੂਸਰਾ ਸਰਕਾਰ ਦਾ ਜਿਹੜਾ ਬਹੁਤ ਮਾੜਾ ਪ੍ਰਦਰਸ਼ਨ ਰਿਹਾ ਕੋਵਿਡ ਦੇ ਦੂਜੇ ਦੌਰ ਦੇ ਵਿੱਚ, ਇਹਦੇ ਕਰਕੇ ਇੱਕ ਨਵੀਂ ਜਾਨ ਆਈ ਹੈ ਕਿਸਾਨ ਅੰਦੋਲਨ ਦੇ ਵਿੱਚ। ਨਾ ਸਿਰਫ ਕਿਸਾਨਾਂ ਵੱਲੋਂ, ਅਗਰ ਹੁਣ ਮੈਂ ਗੱਲ ਅਸੀਂ ਕਰੀਏ ਕਿ ਰੋਹ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦਾ ਕੱਲ ਦਾ ਪ੍ਰਤੀਕਰਮ ਸੀ, ਅਗਰ ਮੈਂ ਪੰਜਾਬ ਦੀ ਗੱਲ ਕਰਾਂ, ਤੇ ਮੇਰਾ ਖਿਆਲ ਹੈ ਕਿ ਸਵਾਏ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਕੁ ਵੀ ਉਹਨਾਂ ਦੀ ਪੰਜਾਬ ਦੇ ਵਿੱਚ ਹੋਂਦ ਹੈ, ਉਸ ਨੂੰ ਛੱਡ ਦਈਏ, ਤੇ ਇਸ ਤੇ ਅਗਰ ਉਸ ਨੂੰ ਇੱਕ ਪਾਸੇ ਰੱਖ ਦਈਏ, ਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਜਿਹੜਾ ਕੱਲ ਦਾ ਪ੍ਰਦਰਸ਼ਨ ਸੀ ਉਹਦੇ ਵਿੱਚ ਸ਼ਾਮਲ ਸਨ। ਭਾਵੇਂ ਉਹ ਅਕਾਲੀ ਦਲ ਬਾਦਲ ਹੋਵੇ, ਭਾਵੇਂ ਸੰਯੁਕਤ ਅਕਾਲੀ ਦਲ ਹੋਵੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਭਾਵੇਂ ਬਹੁਜਨ ਸਮਾਜ ਪਾਰਟੀ ਹੋਵੇ, ਤੇ ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਕਾਂਗਰਸ ਹੋਵੇ, ਹਰ ਇੱਕ ਵਿਅਕਤੀ ਨੇ ਇਸ ਦੇ ਵਿੱਚ ਕਿਸਾਨਾਂ ਦਾ ਸਮਰਥਨ ਦਿੱਤਾ ਹੈ। ਨਾ ਸਿਰਫ ਪੰਜਾਬ ਦੀ ਗੱਲ ਕਰੀਏ, ਤੇ ਜਿਹੜੀਆਂ ਆਪਣੇ ਖਬਰਾਂ ਪੰਜਾਬ ਤੋਂ ਬਾਹਰੋਂ ਆ ਰਹੀਆਂ ਨੇ, ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੇ ਖੁਦ ਕਾਲੇ ਝੰਡੇ ਲਾ ਕੇ ਇਸ ਦੇ ਵਿੱਚ ਕਿਸਾਨਾਂ ਦਾ ਜਿਹੜਾ ਸਮਰਥਨ ਦੇਣ ਦੀ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਨਵਜੋਤ ਸਿੱਧੂ ਦੀਆਂ ਪਿਕਚਰਾਂ, ਮੇਰੇ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ, ਉਹਨਾਂ ਨੇ ਆਪਣੀ ਰਿਹਾਇਸ਼ ਤੇ ਕਾਲਾ ਝੰਡਾ ਲਾਇਆ, ਵਾਇਰਲ ਹੋਈਆਂ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਕਹਿ ਸਕਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਇੱਕ ਨਵੀਂ ਰੂਹ ਆਈ ਹੈ, ਇੱਕ ਨਵਾਂ ਜੋਸ਼ ਹੈ, ਔਰ ਲੋਕਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ। ਲੇਕਿਨ ਇਸ ਦਾ ਮੌਕੇ ਦੀ ਸਰਕਾਰ ਤੇ ਕੀ ਅਸਰ ਪੈਂਦਾ ਹੈ, ਜਿਨ੍ਹਾਂ ਨੇ ਫੈਸਲਾ ਲੈਣਾ ਹੈ ਉਹਨਾਂ ਤੇ ਕੀ ਅਸਰ ਪੈਂਦਾ ਹੈ, ਇਹ ਸਮਾਂ ਦੱਸੇਗਾ। ਕਿਉਂਕਿ ਹਿਸਟਰੀ ਕਈ ਵਾਰ ਇਹ ਦੱਸਦੀ ਹੈ ਕਿ ਜਿਹੜੇ ਵਿਅਕਤੀ ਇਸ ਹੱਦ ਤੱਕ ਕਈ ਵਾਰੀ ਪਾਵਰਫੁਲ ਹੋ ਜਾਂਦੇ ਨੇ, ਉਹ ਆਪਣੇ ਦੁਆਲੇ ਇਸ ਤਰ੍ਹਾਂ ਦੇ ਬੰਦਿਆਂ ਦੇ ਵਿੱਚ ਘਿਰ ਜਾਂਦੇ ਨੇ, ਉਹਨਾਂ ਨੂੰ ਕਈ ਵਾਰੀ ਅੰਦਾਜ਼ਾ ਨਹੀਂ ਹੁੰਦਾ ਕਿ ਮੈਂ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ, ਕਿ ਮੈਂ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਜਿਹੜਾ ਕਰ ਰਿਹਾ। ਸੋ ਉਹਨਾਂ ਤੇ ਕੀ ਅਸਰ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਤੇ ਭਾਜੀ ਹੁਣ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪਤੰਜਲੀ ਗਿਆਨਪੀਠ ਦੇ ਕਰਤਾ ਧਰਤਾ ਸਵਾਮੀ ਰਾਮਦੇਵ ਜੀ ਦੇ ਅਗੇਂਸਟ ਇੱਕ ਉਹਨਾਂ ਨੇ ਇੱਕ ਲੈਟਰ ਲਿਖਿਆ ਵਾ ਜੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ, ਔਰ ਇਹਨਾਂ ਉੱਪਰ ਸੈਡੀਸ਼ਨ ਦਾ, ਦੇਸ਼ ਧਰੋਹ ਦਾ ਕੇਸ ਜਿਹੜਾ ਵਾ ਉਹ ਵੀ ਚਲਾਉਣਾ ਚਾਹੀਦਾ। ਇਹ ਕੀ ਮਾਜਰਾ ਕੀ ਹੈ ਜੀ ਸਾਰਾ, ਇਹ ਵੀ ਵਿਸਥਾਰ ਨਾਲ ਸਮਝਾ ਦਿਓ ਜੀ। ਗੱਲ ਇਹ ਹੈ ਜੀ ਕਿ ਇੱਕ ਬੜੇ ਨਾਮਵਰ ਮੀਡੀਆ ਚੈਨਲ ਤੇ ਡਿਬੇਟ ਹੋਈ, ਜਿਸ ਦੇ ਵਿੱਚ ਬਾਬਾ ਰਾਮਦੇਵ ਜੀ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੁਝ ਅਹੁਦੇਦਾਰ ਬੈਠੇ ਸਨ। ਉਸ ਡਿਬੇਟ ਦੇ ਵਿੱਚ ਜੋ ਘਟਨਾਕ੍ਰਮ ਹੋਇਆ, ਮੇਰਾ ਖਿਆਲ ਸਾਡੇ ਬਹੁਤ ਸਾਰੇ ਵੇਖਣ ਵਾਲਿਆਂ ਨੇ ਵੇਖਿਆ ਹੋਵੇਗਾ, ਸੁਣਿਆ ਹੋਵੇਗਾ। ਉਸ ਬਾਰੇ ਡਿਸਕਸ਼ਨ ਬਹੁਤ ਹੋ ਰਹੀ ਹੈ ਕਿ ਬਾਬਾ ਰਾਮਦੇਵ ਦਾ ਜੋ ਵੀ ਪ੍ਰਤੀਕਰਮ ਸੀ, ਜਿਸ ਤਰ੍ਹਾਂ ਉਹਨਾਂ ਨੇ ਪੂਰੀ ਦੁਨੀਆ ਦੀ ਇੱਕ ਮੈਡੀਕਲ ਫਰਟਰਨਿਟੀ ਹੈ, ਉਹਨਾਂ ਦੇ ਅਗੇਂਸਟ, ਉਹਨਾਂ ਦੇ ਖਿਲਾਫ ਉਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ, ਔਰ ਉਹਨਾਂ ਨੂੰ ਇਸ ਤਰ੍ਹਾਂ ਸ਼ੋਅ ਕਰਨ ਦਾ ਯਤਨ ਕੀਤਾ ਕਿ ਸ਼ਾਇਦ ਉਹਨਾਂ ਨੂੰ ਕੁਝ ਨਾ ਪਤਾ ਹੋਵੇ। ਇਸ ਘਟਨਾਕ੍ਰਮ ਦੇ ਵਿੱਚ ਜਾਣ ਦੀ ਬਜਾਏ ਮੈਂ ਇਸ ਨੂੰ ਥੋੜੇ ਜਿਹੇ ਵੱਖਰੇ ਨਜ਼ਰੀਏ ਤੋਂ ਵੇਖਣਾ ਚਾਹੁੰਦਾ। ਸਾਨੂੰ ਯਾਦ ਹੋਵੇਗਾ ਕਿ ਪਿੱਛੇ ਜਾਏ ਜਦੋਂ ਬਾਬਾ ਰਾਮਦੇਵ ਦੀ ਇੱਕ ਸੰਸਥਾ ਵੱਲੋਂ ਇੱਕ ਇਸ ਤਰ੍ਹਾਂ ਦੀ ਦਵਾਈ, ਮੈਂ ਉਹਨੂੰ ਵੈਕਸੀਨ ਵੀ ਨਹੀਂ ਕਹਿ ਸਕਦਾ, ਉਹਨਾਂ ਨੇ ਕਿਸ ਤਰ੍ਹਾਂ ਦੀ ਕੋਈ ਦਵਾਈ ਜਾਂ ਉਹਨੂੰ ਜੋ ਵੀ ਕਹਿ ਲਓ, ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਔਸ਼ਧੀ ਤਿਆਰ ਕੀਤੀ ਸੀ, ਜਿਹਦੇ ਵਿੱਚ ਭਾਰਤ ਦੇ ਹੈਲਥ ਮਿਨਿਸਟਰ, ਜਿਹੜੇ ਸੈਂਟਰ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ, ਉਹ ਸ਼ਾਮਲ ਹੋਏ। ਮੌਜੂਦਾ ਪਾਰਟੀ ਦੇ ਇੱਕ ਹੋਰ ਸੀਨੀਅਰ ਜਿਹੜੇ ਮਿਨਿਸਟਰ ਸਨ, ਉਹ ਸ਼ਾਮਲ ਹੋਏ। ਉਸ ਨੂੰ ਰਿਲੀਜ਼ ਕੀਤਾ ਗਿਆ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਬੈਠ ਕੇ। ਸੋ ਇੱਕ ਆਮ ਵਿਅਕਤੀ ਇਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਜੀ ਕਿ ਜਿਹੜੇ ਭਾਰਤ ਦੇ, ਤੁਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੱਲ ਕੀਤੀ ਹੈ, ਕਿ ਅਗਰ ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਵੈਕਸੀਨ ਤਿਆਰ ਕੀਤੀ ਜਾਂਦੀ ਹੈ, ਉਹਨਾਂ ਵੱਲੋਂ ਕਿਸੇ ਕਿਸਮ ਦਾ ਕੋਈ ਯਤਨ ਕੀਤਾ ਜਾਂਦਾ ਹੈ, ਉੱਥੇ ਸਾਡੇ ਮਿਨਿਸਟਰ ਕਿੱਥੇ ਨਜ਼ਰ ਆਏ, ਸਾਡੀ ਸਰਕਾਰ ਕਿੱਥੇ ਨਜ਼ਰ ਆਈ। ਸੋ ਮਤਲਬ ਇਹ ਹੈ ਕਿ ਮੀਡੀਆ ਦੀ ਗੱਲ ਛੱਡ ਦਈਏ, ਕਿਉਂਕਿ ਮੀਡੀਆ ਨੂੰ ਜਿਹੜਾ ਐਡਵਰਟਾਈਜ਼ਮੈਂਟ ਲਈ ਪੈਸੇ ਦਿੰਦਾ ਉਹਦੀ ਖਬਰ ਲਾਉਂਦੇ ਨੇ। ਮੀਡੀਆ ਦੀ ਮਜਬੂਰੀ ਹੋ ਸਕਦੀ ਹੈ ਕਿ ਉਹ ਬਾਬਾ ਰਾਮਦੇਵ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕਰਨ ਜਿਵੇਂ ਉਸ ਨੂੰ ਬਹੁਤ ਸਾਰੀ ਜਾਣਕਾਰੀ ਹੋਵੇ, ਜਾਂ ਕਿਸੇ ਐਸੀ ਸੰਸਥਾ ਦਾ ਮਾਲਕ ਹੋਵੇ ਜਿਸ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ, ਜਾਂ ਇੰਟਰਨੈਸ਼ਨਲ ਤੌਰ ਤੇ ਜਾਂ ਭਾਰਤ ਦੇ ਤੌਰ ਤੇ। ਲੇਕਿਨ ਸਰਕਾਰਾਂ ਦੀ ਕੀ ਮਜਬੂਰੀ ਹੋ ਸਕਦੀ ਹੈ?
ਉਸ ਵਿਅਕਤੀ ਦੇ ਕੋਲ ਕਿਹੜੀ ਐਜੂਕੇਸ਼ਨ ਹੈ, ਕਿਹੜੀ ਡਿਗਰੀ ਹੈ, ਕੀ ਉਹਨੇ ਕਿੱਥੋਂ ਪੜ੍ਹਾਈ ਕੀਤੀ ਹੈ, ਜਿਹਦੇ ਕਰਕੇ ਉਹ ਆਯੁਰਵੈਦਿਕ ਦੀਆਂ ਦਵਾਈਆਂ ਨੂੰ ਲੈ ਕੇ ਏਡੇ ਵੱਡੇ ਵੱਡੇ ਦਾਅਵੇ ਕਰ ਰਿਹਾ। ਤੇ ਸਰਕਾਰ ਦੇ ਜਿਹੜੇ ਲੋਕ ਨੇ ਜਾਂ ਚੁੱਪ ਨੇ ਤੇ ਜਾਂ ਫਿਰ ਉਹਦੀ ਜਿਹੜੀ ਹੈ ਉਹਦੀਆਂ ਦਵਾਈਆਂ ਦਾ ਉਦਘਾਟਨ ਕਰਨ ਜਾਂਦੇ ਨੇ। ਹੁਣ ਤੁਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਇੱਕ ਹੋਰ ਸੰਸਥਾ ਦਾ ਜ਼ਿਕਰ ਕਰਦਾ। ਭਾਰਤ ਦੇ ਵਿੱਚ ਇੱਕ ਸੰਸਥਾ ਹੈ ਸੈਂਟਰ ਗਵਰਨਮੈਂਟ ਦੀ, ਜਿਸ ਦਾ ਨਾਮ ਹੈ ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦਾ। ਬਹੁਤ ਵੱਡੀ ਇੰਸਟੀਚਿਊਸ਼ਨ ਹੈ। ਉਸ ਤੇ ਆਪਣੀਆਂ ਐਜੂਕੇਸ਼ਨਲ ਇੰਸਟੀਚਿਊਸ਼ਨ ਨੇ, ਉਹਨਾਂ ਵੱਲੋਂ ਬੈਚਲਰ ਡਿਗਰੀਆਂ BA MS ਦੀ ਡਿਗਰੀ ਦੀ ਆਪਣੀ ਦਿੱਤੀ ਜਾਂਦੀ ਹੈ, ਆਪਣੇ MD ਦੀ ਡਿਗਰੀ ਦਿੱਤੀ ਜਾਂਦੀ ਹੈ, PhD ਦੀ ਡਿਗਰੀ ਦਿੱਤੀ ਜਾਂਦੀ ਹੈ। ਇੱਕ ਬਕਾਇਦਾ ਡਿਪਾਰਟਮੈਂਟ ਹੈ। ਉਹਨਾਂ ਦੇ ਜਿਹੜੇ ਅਹੁਦੇਦਾਰ ਨੇ, ਅਗਰ ਉਹ ਕਿਸੇ ਕਿਸਮ ਦੀ ਗੱਲ ਕਹਿਣਾ ਚਾਹੁੰਦੇ ਨੇ ਕਿ ਉਹਨਾਂ ਨੇ ਕੋਈ ਵੈਕਸੀਨ ਤਿਆਰ ਕੀਤੀ ਹੈ, ਤੇ ਉਹਨਾਂ ਨੂੰ ਫਿਰ ਡਿਸਕਸ਼ਨ ਦੇ ਵਿੱਚ ਉਹ ਬੈਠ ਸਕਦੇ ਨੇ। ਮੈਨੂੰ ਬਾਬਾ ਰਾਮਦੇਵ ਦਾ ਨਾਮ ਉਸ ਇੰਸਟੀਚਿਊਸ਼ਨ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਕਿ ਉਹਨਾਂ ਦੀ ਕਿਸੇ ਕਮੇਟੀ ਦੇ ਵਿੱਚ ਸ਼ਾਮਲ ਹੋਣ ਜਾਂ ਉੱਥੇ ਕਿਸੇ ਕਿਸਮ ਦੇ ਪ੍ਰੋਫੈਸਰ ਹੋਣ। ਇਹ ਕਿਸ ਕਪੈਸਿਟੀ ਦੇ ਵਿੱਚ ਬਿਆਨਬਾਜ਼ੀ ਕਰਦੇ ਨੇ, ਤੇ ਕਿਉਂ ਸਾਡੀ ਭਾਰਤ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਇਸ ਤੇ ਚੁੱਪ ਹੈ। ਸੋ ਮੈਨੂੰ ਬਾਬਾ ਰਾਮਦੇਵ ਤੇ ਬਹੁਤ ਜ਼ਿਆਦਾ ਕੋਈ ਗਿਲਾ ਜਾਂ ਕੋਈ ਸ਼ਿਕਾਇਤ ਨਹੀਂ, ਮੈਨੂੰ ਸਰਕਾਰ ਤੇ ਜ਼ਿਆਦਾ ਹੈ ਕਿ ਅਸੀਂ ਇੱਕ ਲਫ਼ਜ਼, ਮੇਰੇ ਖਿਆਲ ਆਪਾਂ ਬਹੁਤ ਵਾਰੀ ਸੁਣਿਆ ਹੋਵੇਗਾ, ਅਸੀਂ ਕਹਿੰਦੇ ਹਾਂ ਕਿ ਫਲਾਨਾ ਜਿਹੜਾ ਕੰਟਰੀ ਹੈ ਜਾਂ ਮੁਲਕ ਹੈ ਉਹ ਬਨਾਨਾ ਰਿਪਬਲਿਕ ਬਣ ਗਿਆ ਹੈ। ਬਨਾਨਾ ਆਪਣੇ ਰਿਪਬਲਿਕ ਦਾ ਮਤਲਬ ਇਹ ਹੈ ਕਿ ਜਿੱਥੇ ਕਿਸੇ ਕਿਸਮ ਦਾ ਕੋਈ ਕਾਨੂੰਨ ਨਹੀਂ ਹੈ, ਕਿਸੇ ਕਿਸਮ ਦਾ ਕੋਈ ਰਾਜ ਨਹੀਂ ਹੈ, ਆਪ ਮੁਹਾਰੇ ਕੋਈ ਕੁਝ ਵੀ ਕਰ ਸਕਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਭਾਰਤ ਦੀ ਸਰਕਾਰ ਹੈ, ਉਹਨਾਂ ਦਾ ਜਿਹੜਾ ਪ੍ਰਤੀਕਰਮ ਹੈ, ਭਾਵੇਂ ਠੀਕ ਹੈ ਕਿ ਜਦੋਂ ਉਹਨਾਂ ਨੂੰ ਕਾਰਨਰ ਕੀਤਾ ਗਿਆ, ਜਿਵੇਂ ਤੁਸੀਂ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਹਨਾਂ ਤੇ ਦਾਅਵਾ ਕੀਤਾ ਹੈ ਕਿ ਇਹਨਾਂ ਨੂੰ ਨੱਥ ਪਾਓ, ਇਹਨਾਂ ਨੂੰ ਲਗਾਮ ਦਿਓ। ਲੇਕਿਨ ਜੇ ਸਰਕਾਰ ਦੇ ਮੰਤਰੀ ਖੁਦ ਉਹਨਾਂ ਦੀਆਂ ਦਵਾਈਆਂ ਲਾਂਚ ਕਰਨ ਜਾਂਦੇ ਹੋਣ, ਉਹਨਾਂ ਦੇ ਕਹਿਣ ਤੇ ਮਜਬੂਰੀ ਦੇ ਵਿੱਚ ਬਾਬਾ ਰਾਮਦੇਵ ਨੂੰ ਥੋੜੀ ਬਹੁਤੀ ਮਾਫੀ ਮੰਗਣੀ ਪਈ ਹੈ, ਮੇਰੇ ਖਿਆਲ ਨਾਲ ਉਹਦਾ ਕੋਈ ਮਤਲਬ ਬਹੁਤਾ ਨਹੀਂ। ਲੇਕਿਨ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਵਿਅਕਤੀ, ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਕੀ ਵਜੂਦ, ਮੈਂ ਕੋਈ ਸ਼ਬਦ ਨਹੀਂ ਵਰਤਣੇ ਚਾਹੁੰਦਾ, ਲੇਕਿਨ ਉਹਨਾਂ ਦਾ ਇਸ ਖੇਤਰ ਦੇ ਵਿੱਚ ਕੋਈ ਵਜੂਦ ਨਹੀਂ ਹੈ। ਇਹ ਹੋ ਸਕਦਾ ਹੈ ਕਿ ਬਹੁਤ ਵੱਡੀ ਪੱਧਰ ਤੇ ਦਵਾਈਆਂ ਬਣਾਉਂਦੇ ਹੋਣ। ਉਹਨਾਂ ਨੂੰ ਸਰਕਾਰ ਨੂੰ ਪਹਿਲੇ ਨੱਥ ਪਾਉਣੀ ਚਾਹੀਦੀ ਸੀ, ਔਰ ਇਸ ਦੇ ਨਾਲ ਕੰਟਰੀ ਦੀ, ਮੁਲਕ ਦੀ ਬੇਇੱਜ਼ਤੀ ਹੁੰਦੀ। ਭਾਜੀ ਇੱਥੋਂ ਤੱਕ ਉਹਨਾਂ ਨੇ ਤਾਂ ਕਹਿ ਦਿੱਤਾ ਜੀ ਕਿ ਜਿਹੜੀ ਇਹ ਐਲੋਪੈਥੀ ਦਾ ਮੈਡੀਸਨ ਸਿਸਟਮ ਆ, ਇੱਕ ਸਟੂਪਿਡ ਔਰ ਬੈਂਕਰਪਟ ਸਾਇੰਸ ਆ, ਔਰ ਜਿਹਦੇ ਕਰਕੇ ਉਹਨਾਂ ਦੇ ਉੱਪਰ ਡੈਫਾਮੇਸ਼ਨ ਦਾ ਕੇਸ ਵੀ ਕੀਤਾ ਗਿਆ ਵਾ ਜੀ। ਦੇਖੋ ਮੈਂ ਇਹੀ ਗੱਲ ਬਾਰ-ਬਾਰ ਕਹਿ ਰਿਹਾ ਮਨਜੀਤ ਸਿੰਘ ਜੀ ਕਿ ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ, ਕਿਉਂਕਿ ਅਗਰ ਦੇਖੋ ਅਸੀਂ ਕਹਿੰਦੇ ਹਾਂ ਕਿ ਕੋਈ, ਜੇ ਤਾਂ ਉਹਨਾਂ ਦੇ ਕੋਲ ਕੋਈ ਕੁਆਲੀਫਿਕੇਸ਼ਨ ਹੋਵੇ, ਕੋਈ ਅਹੁਦਾ ਹੋਵੇ, ਅਗਰ ਉਹ ਜਿਹੜੀ ਵੀ ਗੱਲ ਕਰ ਰਹੇ ਨੇ ਕਿਹੜੀ ਕਪੈਸਿਟੀ 'ਚ ਕਰ ਰਹੇ ਨੇ, ਅਗਰ ਕੋਈ ਟੁਚਾ ਕਿਸੇ ਕਿਸਮ ਦਾ ਵਿਅਕਤੀ ਕਿਸੇ ਬਹੁਤ ਵੱਡੀ ਸੰਸਥਾ ਨੂੰ ਜਾਂ ਸਾਰੀ ਦੁਨੀਆ ਦੇ ਡਾਕਟਰਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਸ਼ਬਦਾਵਲੀ ਵਰਤ ਰਿਹਾ ਹੈ, ਤੇ ਪਹਿਲਾਂ ਉਸ ਦੀ ਕ੍ਰੈਡੀਬਿਲਿਟੀ ਜਾਂ ਉਸ ਦੀ ਹੈਸੀਅਤ ਦੇ ਬਾਰੇ ਜਾਣਨਾ ਜ਼ਰੂਰੀ ਹੈ ਕਿ ਤੇਰੇ ਕੋਲ ਕਿਹੜੀ ਰਿਸਰਚ ਹੈ, ਤੂੰ ਕੋਈ ਡਿਸਕਸ਼ਨ ਕਰ ਸਕਦਾ। ਠੀਕ ਹੈ ਨਾ ਜੀ। ਸੋ ਇਹ ਸਿਰਫ ਮੈਂ ਇਹਨੂੰ ਇਸੇ ਨਜ਼ਰੀਏ ਤੋਂ ਦੇਖਦਾ ਕਿ ਮੀਡੀਆ ਬੇਲਗਾਮ ਹੈ। ਭਾਰਤ ਦੇ ਵਿੱਚ ਮੀਡੀਆ ਦੀ ਜਿਹੜੀ ਕ੍ਰੈਡੀਬਿਲਿਟੀ ਅਸੀਂ ਸਾਰੇ ਜਾਣਦੇ ਹਾਂ, ਗੋਦੀ ਵੀ ਉਹਨੂੰ ਕਹਿੰਦੇ ਨੇ ਸਰਕਾਰ, ਜਿਸ ਤਰ੍ਹਾਂ ਸਰਕਾਰੀ ਤੰਤਰ ਮੈਨੂੰ ਲੱਗਦਾ ਭਾਜੀ ਬੇਲਗਾਮ ਤਾਂ ਨਹੀਂਗਾ, ਉਹਦੀ ਲਗਾਮ ਕਿਸੇ ਪਾਰਟਿਕੂਲਰ ਪਾਰਟੀ ਦੇ ਹੱਥ ਵਿੱਚ ਆ। ਹਾਂਜੀ, ਇਹ ਵੀ ਕਹਿ ਸਕਦੇ ਪਾਰਟੀ ਦੇ ਹੱਥ ਵਿੱਚ ਵੀ ਹੈ, ਜਾਂ ਫਿਰ ਜਿਹੜਾ ਮੋਟਾ ਧਨ ਦਿੰਦਾ ਹੈ ਉਹ ਜੋ ਕਹਿੰਦਾ ਉਹ ਕਰਦੇ ਨੇ। ਕਿਉਂਕਿ ਦੇਖੋ ਇੱਕ ਤਾਂ ਪਹਿਲੇ ਨੰਬਰ ਤੇ ਇਹੋ ਹੀ ਗੱਲ ਹੈ ਕਿ ਅਗਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਡੇ ਅਹੁਦੇਦਾਰ ਬੈਠੇ ਨੇ, ਤੇ ਉਹਨਾਂ ਦੀ ਡਿਸਕਸ਼ਨ ਕਿਹਦੇ ਨਾਲ ਹੋ ਰਹੀ ਹੈ, ਕਿਸ ਵਿਅਕਤੀ ਨਾਲ ਹੋ ਰਹੀ ਹੈ, ਕੌਣ ਹੈ ਉਹ ਬੰਦਾ, ਉਹ ਕਿਸੇ ਡੇਰੇ ਦਾ ਸਾਧ ਹੈ। ਠੀਕ ਹੈ ਨਾ ਜੀ। ਸੋ ਇਹ ਪਹਿਲੇ ਨੰਬਰ ਤੇ ਗੱਲ। ਠੀਕ ਹੈ ਭਾਜੀ ਜੀ। ਤੇ ਭਾਜੀ ਆਪਾਂ ਇੱਥੇ ਜੀ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ, ਬ੍ਰੇਕ ਲੈ ਲੈਂਦੇ ਆ, ਔਰ ਉਸ ਤੋਂ ਬਾਅਦ ਅਲਬਰਟਾ ਦੀਆਂ ਤੇ ਕੈਨੇਡਾ ਦੀਆਂ ਕੁਝ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ ਜੀ। ਪ੍ਰੋਗਰਾਮ ਐਡਮਿੰਟਨ ਡਾਈ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਇੰਡੀਆ ਤੋਂ, ਪੰਜਾਬ ਤੋਂ, ਸਾਡੇ ਸਟੂਡੀਓ ਜਲੰਧਰ ਤੋਂ ਸਰਦਾਰ ਗੁਰਿੰਦਰ ਸਿੰਘ ਹੀਰ ਜੀ ਦੇ ਨਾਲ। ਭਾਜੀ ਦੁਬਾਰਾ ਜੀ ਆਇਆਂ ਨੂੰ ਜੀ। ਬਹੁਤ ਮਿਹਰਬਾਨੀ ਜੀ। ਭਾਜੀ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿ ਕੈਨੇਡਾ ਦੀ ਜਿਹੜੀ ਵੈਕਸੀਨੇਸ਼ਨ ਆ ਉਹ ਕਿਵੇਂ ਚੱਲ ਰਹੀ ਆ। ਨਾਲ ਦੇ ਨਾਲ ਤੁਸੀਂ ਇਹ ਵੀ ਦੱਸ ਦਿਓ ਕਿ ਭਾਰਤ ਦੀ ਵੈਕਸੀਨੇਸ਼ਨ ਜਿਹੜੀ ਆ ਉਹ ਵੀ ਕਿਵੇਂ ਚੱਲ ਰਹੀ ਆ। ਮੈਂ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਲੈਣਾ ਜੀ। ਅੱਜ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਹੁਣਾਂ ਨੇ ਲਾਈਵ ਹੋ ਕੇ ਦੱਸਿਆ ਕਿ ਕੈਨੇਡਾ ਦੇ ਵਿੱਚ ਜਿਹੜੀ ਐਟਲੀਸਟ ਫਸਟ ਡੋਜ਼ ਆ
ਉਹ 50% ਕੈਨੇਡੀਅਨਸ ਨੂੰ ਦਿੱਤੀ ਜਾ ਚੁੱਕੀ ਹੈ ਜੀ। ਔਰ ਠੀਕ ਹੈ ਜੀ। ਫੈਡਰਲ ਗਵਰਨਮੈਂਟ ਕਹਿ ਰਹੀ ਕਿ ਜਿਹੜੀ ਸੈਕੰਡ ਜਿਹੜੀ ਡੋਜ਼ ਆ ਉਹ ਵੀ ਜੂਨ ਦੇ ਮਹੀਨੇ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ, ਕਿਉਂਕਿ ਸਾਡੇ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਖੇਪਾਂ ਨੇ ਜੀ ਉਹ ਮੋਡਰਨਾ ਵੱਲੋਂ ਵੀ ਤੇ ਫਾਈਜ਼ਰ ਵੱਲੋਂ ਵੀ ਲਗਾਤਾਰ ਆ ਰਹੀਆਂ ਨੇ। ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਜੀ ਕਿ ਜਿਹੜੇ G20 ਦੇ ਕੰਟਰੀਜ਼ ਆ ਉਹਦੇ ਵਿੱਚ ਕੈਨੇਡਾ ਦਾ ਪਰ ਕੈਪੀਟਾ ਵੈਕਸੀਨੇਸ਼ਨ ਦੇ ਹਿਸਾਬ ਨਾਲ ਤੀਜਾ ਨੰਬਰ ਆ। ਸੋ ਮੈਨੂੰ ਲੱਗਦਾ ਵੀ ਕਾਫੀ ਵਧੀਆ ਜਾ ਰਹੀ ਹੈ ਸਾਡੀ ਵੈਕਸੀਨੇਸ਼ਨ ਦੀ ਜਿਹੜੀ ਸਪੀਡ ਆ। ਔਰ ਜੇਕਰ ਗੱਲ ਕੀਤੀ ਜਾਵੇ ਵੀ ਕਿੰਨੇ ਕੈਨੇਡੀਅਨਸ ਨੂੰ ਜਿਹੜੀ ਵੈਕਸੀਨੇਸ਼ਨ ਉਹ ਮਿਲ ਚੁੱਕੀ ਆ, ਤੇ 23 ਮਿਲੀਅਨ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕੀਤੀਆਂ ਜਾ ਚੁੱਕੀਆਂ ਨੇ ਪ੍ਰੋਵਿੰਸਸ ਦੇ ਵਿੱਚ, ਜਿਨ੍ਹਾਂ ਵਿੱਚੋਂ 21 ਮਿਲੀਅਨ ਜਿਹੜੀਆਂ ਡੋਸਸ ਨੇ ਜੀ ਉਹ ਲਗਾਈਆਂ ਜਾ ਚੁੱਕੀਆਂ ਨੇ। ਕੀ ਕਹਿਣਾ ਚਾਹੋਗੇ ਜੀ? ਠੀਕ ਹੈ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਥੋੜੀ ਜਿਹੀ ਕਰੈਕਸ਼ਨ ਤਾਂ ਨਹੀਂ ਖੈਰ ਹੈਗੀ। ਮੇਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਬੈਠਾ ਮੈਂ ਜਿੱਥੇ ਮਰਜ਼ੀ ਹੋਵਾਂ। ਤੇ ਜੀ ਬਾਕੀ ਗੱਲ ਹੈ ਕਿ ਵੈਕਸੀਨੇਸ਼ਨ ਦੀ ਗੱਲ ਇਹ ਬੜੀ ਇੱਕ ਮੈਂ ਸਮਝਦਾ ਕੈਨੇਡਾ ਸਰਕਾਰ ਦੀ, ਅਗਰ ਅਸੀਂ ਗੱਲ ਕਰੀਏ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਵੈਕਸੀਨੇਸ਼ਨ ਲਾਂਚ ਹੋਈਆਂ ਸਨ ਤੇ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ ਟਰੂਡੋ ਸਰਕਾਰ ਦਾ ਕਿ ਉਹਨਾਂ ਨੂੰ ਵੈਕਸੀਨੇਸ਼ਨ ਮਿਲਣ ਦੇ ਵਿੱਚ ਦੇਰੀ ਹੋ ਰਹੀ ਸੀ, ਲੇਕਿਨ ਉਸ ਨੂੰ ਬਖੂਬੀ ਕਵਰ ਕੀਤਾ ਹੈ। ਰਾਦਰ ਮੈਂ ਇਹ ਕਹੂੰਗਾ ਕਿ ਰਿਕਵਰ ਕੀਤਾ ਕੈਨੇਡਾ ਸਰਕਾਰ ਨੇ, ਜਿਹਦੇ ਵਿੱਚ ਵੈਕਸੀਨੇਸ਼ਨ ਡਿਸਟ੍ਰੀਬਿਊਟ ਕਰਨ ਦੀ ਤੇ ਵੈਕਸੀਨੇਸ਼ਨ ਲਗਾਉਣ ਦੀ ਜਿਹੜੀ ਐਫੀਸ਼ੀਐਂਸੀ ਸ਼ੋ ਕੀਤੀ ਹੈ, ਜਿਹੜੀ ਸਫਲਤਾ ਕੈਨੇਡਾ ਸਰਕਾਰ ਨੇ ਜਿੰਨੀ ਸਫਲਤਾ ਦੇ ਨਾਲ ਇਹਨੂੰ ਲਗਾਇਆ ਹੈ, ਇਹ ਵਾਕਿਆ ਮਾਰਕੇ ਵਾਲੀ ਗੱਲ ਹੈ। ਉਹਦੇ ਵਿੱਚ ਕੁਝ ਫੈਕਟਰ ਨੇ ਜਿਹੜੇ ਕੈਨੇਡਾ ਦੇ ਹੱਕ ਦੇ ਵਿੱਚ ਗਏ ਨੇ। ਜਿਵੇਂ ਤੁਸੀਂ ਦੱਸਿਆ ਕਿ G20 ਕੰਟਰੀ ਦੇ ਵਿੱਚ ਉਸ ਲਿਸਟ ਦੇ ਵਿੱਚ ਤੀਜੇ ਨੰਬਰ ਤੇ ਕੈਨੇਡਾ ਦਾ ਨੰਬਰ ਆਉਂਦਾ ਹੈ। ਅਮਰੀਕਾ ਦੀ ਅਗਰ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵੈਕਸੀਨੇਸ਼ਨ ਡਿਸਟ੍ਰੀਬਿਊਟ ਹੋਈ। ਉਹਨਾਂ ਦੇ ਪਾਸ ਬਹੁਤ ਸਾਰੀ ਵੈਕਸੀਨੇਸ਼ਨ ਹੈ। ਬਹੁਤ ਸਾਰੇ ਮੁਲਕ ਜਿਹੜੇ ਗਰੀਬ ਮੁਲਕ ਨੇ, ਖਾਸ ਕਰਕੇ ਅਫਰੀਕਨ ਮੁਲਕ ਨੇ, ਉਹ ਦੋਸ਼ ਵੀ ਲਗਾਉਂਦੇ ਨੇ ਕਿ ਉਹਨਾਂ ਨੇ ਵੈਕਸੀਨੇਸ਼ਨ ਜਮ੍ਹਾਂ ਕੀਤੀ ਹੋਈ ਹੈ ਤੇ ਸਾਨੂੰ ਮਿਲ ਨਹੀਂ ਰਹੀ। ਲੇਕਿਨ ਚਲੋ ਇਸ ਨੂੰ ਅਸੀਂ ਇੱਕ ਪਾਸੇ ਰੱਖਦੇ ਹਾਂ। ਅਮਰੀਕਾ ਨਾਲੋਂ ਕੈਨੇਡਾ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਹੈ, ਜਿਸ ਚੀਜ਼ ਦਾ ਫਾਇਦਾ ਕੈਨੇਡੀਅਨ ਸਰਕਾਰ ਨੂੰ ਮਿਲ ਰਿਹਾ ਹੈ, ਕਿ ਉਹ ਲੋਕ ਜਿਹੜੇ ਵੈਕਸੀਨੇਸ਼ਨ ਨਹੀਂ ਲਵਾਉਣਾ ਚਾਹੁੰਦੇ ਕਿਸੇ ਕਾਰਨ ਕਰਕੇ, ਉਹਨਾਂ ਲੋਕਾਂ ਦੀ ਗਿਣਤੀ ਅਮਰੀਕਾ ਦੇ ਵਿੱਚ ਵਧੇਰੇ ਹੈ, ਕੈਨੇਡਾ ਦੇ ਵਿੱਚ ਬਹੁਤ ਘੱਟ ਹੈ। ਥੋੜੀ ਗਿਣਤੀ ਹੈ, ਕੁਝ ਲੋਕ ਹਨ, ਲੇਕਿਨ ਅਮਰੀਕਾ ਦੇ ਮੁਕਾਬਲੇ ਉਹ ਬਹੁਤ ਘੱਟ ਗਿਣਤੀ ਹੈ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਰੋਲ ਆਊਟ ਦਾ ਪ੍ਰੋਗਰਾਮ ਤੇ ਵੈਕਸੀਨੇਸ਼ਨ ਨੂੰ ਲਗਾਉਣ ਦਾ ਜਿਹੜਾ ਪ੍ਰੋਗਰਾਮ ਹੈ, ਉਹ ਅਮਰੀਕਾ ਨਾਲੋਂ ਤੇ ਹੋਰ ਕਈ ਚੰਗੇ ਕੰਟਰੀ ਜਿਹੜੇ ਪਹਿਲਾਂ ਕੈਨੇਡਾ ਤੋਂ ਮੋਹਰੇ ਸਨ, ਉਹਨਾਂ ਨਾਲੋਂ ਬੈਟਰ ਹੋ ਰਿਹਾ ਹੈ। ਕੁੱਲ ਮਿਲਾ ਕੇ ਬਹੁਤ ਵਧੀਆ ਗੱਲ ਹੈ ਜੀ। ਠੀਕ ਹੈ ਜੀ। ਤੇ ਤੁਸੀਂ ਖੁਦ ਜ਼ਿਕਰ ਕੀਤਾ ਕਿ ਜਿਹੜੀ ਵੈਕਸੀਨੇਸ਼ਨ ਨੂੰ ਲੈ ਕੇ ਕੈਨੇਡੀਅਨਸ ਦੇ ਵਿੱਚ, ਅਲਬਰਟਨਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਅਵੇਸਲਾਪਨ ਦਿਖਾਇਆ ਜਾ ਰਿਹਾ ਵਾ। ਸਾਰੇ ਕੈਨੇਡੀਅਨ ਜਿਹੜੇ ਨੇ ਉਹ ਵੈਕਸੀਨ ਨਹੀਂ ਲਵਾ ਰਹੇ, ਉਹਨਾਂ ਵਿੱਚ ਹੈਜ਼ੀਟੇਸ਼ਨ, ਰਿਲੈਕਟੈਂਸੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਕੀ ਲੱਗਦਾ ਕੀ ਕਾਰਨ ਹੋ ਸਕਦੇ ਨੇ ਜੀ? ਉਹਦੇ ਵਿੱਚ ਇਹ ਹੈ ਮਨਜੀਤ ਸਿੰਘ ਜੀ ਕਿ ਇੱਕ ਸੰਸਥਾ ਕੈਨੇਡਾ ਦੀ ਹੈ, ਉਹਨਾਂ ਨੇ ਇੱਕ ਸਰਵੇ, ਕਿਉਂਕਿ ਇਸ ਦਾ ਸਰਵੇ ਕਰਨਾ ਵੀ ਅੱਜ ਕੱਲ੍ਹ ਮੁਸ਼ਕਲ ਹੈ ਕਿਉਂਕਿ ਕੋਵਿਡ ਦਾ ਦੌਰ ਹੈ, ਤੁਸੀਂ ਕਿਸੇ ਲਿਮਟਿਡ ਦਾਇਰੇ ਦੇ ਵਿੱਚ ਰਹਿ ਕੇ ਕੋਈ ਕੰਮ ਕਰ ਸਕਦੇ ਆ। ਲੇਕਿਨ ਸਰਕਾਰ ਦਾ ਜਿਹੜਾ ਮੋਟਿਵ ਸੀ, ਜਿਹੜੀ ਮਨਸ਼ਾ ਸੀ, ਉਹ ਇਹ ਸੀ ਕਿ ਉਹਨਾਂ ਲੋਕਾਂ ਦਾ ਪਤਾ ਲਗਾਇਆ ਜਾਵੇ ਜਿਹੜੇ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ, ਤੇ ਫਿਰ ਇਹ ਜ਼ਰੂਰੀ ਹੋ ਜਾਂਦਾ ਕਿ ਕਾਰਨ ਦਾ ਪਤਾ ਲਗਾਇਆ ਜਾਵੇ ਕਿ ਕਿਉਂ ਨਹੀਂ ਲਗਾਉਣਾ ਚਾਹੁੰਦੇ। ਉਹਦੇ ਵਿੱਚ ਫਿਰ ਉਹਨਾਂ ਨੇ ਇੱਕ ਮੈਥਡ ਇਹ ਇਜਾਦ ਕੀਤਾ ਕਿ ਉਹਨਾਂ ਨੇ ਬਹੁਤ ਸਾਰੇ ਮੀਡੀਆ ਆਊਟਲੈਟਸ ਦੇ ਵਿੱਚ ਲੋਕਾਂ ਦੇ ਜਿਹੜੇ ਟਵਿੱਟਰ ਦੇ ਕਮੈਂਟ ਸਨ, ਉਹਨਾਂ ਨੂੰ ਕਿਸੇ ਤਰ੍ਹਾਂ ਸੋਰਟ ਕੀਤਾ। ਉਹਨਾਂ ਵਿੱਚ ਤਕਰੀਬਨ 4000 ਕਮੈਂਟ ਜਿਹੜੇ ਨੇ ਉਹਨਾਂ ਦੀ ਸਟੱਡੀ ਕੀਤੀ ਗਈ, ਟਵਿੱਟਰ ਦੇ ਜਿਹੜੇ ਕਮੈਂਟ ਸਨ ਲੋਕਾਂ ਦੇ ਵੈਕਸੀਨ ਦੇ ਨਾਲ ਸੰਬੰਧਿਤ। ਉਹਨਾਂ ਦੇ ਸਬੰਧ ਦੇ ਵਿੱਚ ਫਿਰ ਉਹਨਾਂ ਨੇ ਸ਼ਾਰਟਲਿਸਟ ਕੀਤਾ। ਫਿਰ ਲੋਕਾਂ ਦੇ ਕਮੈਂਟ ਪੜ੍ਹਨ ਤੋਂ ਬਾਅਦ ਉਹਨਾਂ ਨੇ ਕੋਈ 600 ਬੰਦੇ ਦੇ ਟਵੀਟ ਜਿਹੜੇ ਸਨ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ। 600 ਬੰਦਿਆਂ ਦੇ ਵਿੱਚੋਂ ਤਕਰੀਬਨ 50% ਲੋਕਾਂ ਨੇ ਇਸ ਕਰਕੇ ਉਹ ਵੈਕਸੀਨ ਲਗਾਉਣ ਤੋਂ ਮੈਂ ਇਹ ਨਹੀਂ ਕਹਿ ਸਕਦਾ ਕਿ ਮੁਨਕਰ ਸਨ, ਲੇਕਿਨ ਹੈਜ਼ੀਟੈਂਸੀ ਸ਼ੋ ਕਰ ਰਹੇ ਸਨ ਜਾਂ ਉਹਨਾਂ ਨੂੰ ਲਗਾਉਣਾ ਨਹੀਂ ਚਾਹੁੰਦੇ ਸਨ। ਉਹਨਾਂ ਨੇ ਵੱਡਾ ਕਾਰਨ ਇਹ ਦੱਸਿਆ ਕਿ ਜਿਹੜਾ ਵੈਕਸੀਨ ਦੇ ਬਾਰੇ ਉਹਨਾਂ ਨੂੰ ਖਦਸ਼ੇ ਸਨ ਕਿ ਵੈਕਸੀਨ ਕਿੰਨੀ ਕੁ ਇਫੈਕਟਿਵ ਹੈ ਜਾਂ ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ। ਸੋ ਇਹ ਕਾਰਨ ਜਿਹੜਾ ਸੀ, ਇਹ ਪਹਿਲੇ ਨੰਬਰ ਤੇ ਸੇਫਟੀ ਦੀ ਗੱਲ ਸੀਗੀ। ਦੂਜੇ ਨੰਬਰ ਤੇ ਤਕਰੀਬਨ 1/3 ਜਿਹੜੇ ਸਨ, ਤਕਰੀਬਨ 200 ਦੇ ਕਰੀਬ ਲੋਕ ਸਨ 600 ਦੇ ਵਿੱਚੋਂ, ਉਹਨਾਂ ਨੇ ਇਸ ਤਰ੍ਹਾਂ ਦਾ ਰੀਜ਼ਨ ਦਿੱਤਾ ਕਿ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਉਹ ਵੈਕਸੀਨ ਦੇ ਵਿੱਚ ਕੰਪੇਅਰ ਕਰਨ ਲੱਗ ਪਏ। ਜਿਵੇਂ ਅਸੀਂ ਕਹਿੰਦੇ ਕਿ ਐਸਟਰਾਜ਼ੈਨੇਕਾ ਵੈਕਸੀਨ ਹੈ, ਉਹਦੀ ਐਫੀਕੈਸੀ ਇੰਨੀ ਆ, ਜਾਂ ਜਿਹੜੀ ਫਾਈਜ਼ਰ ਹੈ ਉਹਦੀ ਕਿੰਨੀ ਹੈ, ਜਾਂ ਫਿਰ ਜਿਹੜੀ ਮੋਡਰਨਾ ਹੈ ਉਸਦੀ ਕਿੰਨੀ ਹੈ। ਸੋ ਉਹਦੇ ਵਿੱਚ ਇੱਕ ਕਿਸਮ ਦਾ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਕੰਪੈਰੀਜ਼ਨ ਕਰਕੇ ਉਹਨਾਂ ਨੇ ਲੋਕਾਂ ਨੇ
ਕਾਫੀ ਲੋਕ ਜਿਹੜੇ ਨੇ ਇਸ ਕਰਕੇ ਵੀ ਅਜੇ ਵੈਕਸੀਨ ਲਗਾਉਣ ਤੋਂ ਝਿਜਕ ਰਹੇ ਨੇ। ਤੀਜੀ ਜਿਹੜੀ ਕੈਟਾਗਰੀ ਹੈ ਉਹ ਉਹਨਾਂ ਲੋਕਾਂ ਦੀ ਹੈ, ਜਿਵੇਂ ਮੈਂ ਸਧਾਰਨ ਤੌਰ ਤੇ ਉਦਾਹਰਨ ਦੇਵਾਂ ਕਿ ਕੁਝ ਲੋਕਾਂ ਨੇ ਵੈਕਸੀਨ ਦੇ ਅਗੇਂਸਟ ਜਿਹੜੇ ਗਏ ਨੇ, ਜਿਨ੍ਹਾਂ ਨੇ ਕਿਸੇ ਦਲੀਲ ਦੇ ਤੌਰ ਤੇ ਗੱਲ ਨਹੀਂ ਕੀਤੀ, ਲੇਕਿਨ ਉਹ ਵੈਸੇ ਹੀ ਵੈਕਸੀਨ ਦੇ ਖਿਲਾਫ ਨੇ। ਉਹ ਕੋਵਿਡ ਨੂੰ ਵੀ ਨਕਾਰ ਰਹੇ ਸਨ, ਉਹ ਵੈਕਸੀਨ ਦੇ ਵੀ ਖਿਲਾਫ ਨੇ। ਉਹਨਾਂ ਲੋਕਾਂ ਦੀ ਗਿਣਤੀ ਤਕਰੀਬਨ 600 ਦੇ ਵਿੱਚੋਂ 150 ਲੋਕਾਂ ਦੀ ਹੈ। ਸੋ ਕੁੱਲ ਮਿਲਾ ਕੇ ਇਹ ਕੋਈ ਬਹੁਤ ਜ਼ਿਆਦਾ ਚਿੰਤਾ ਵਾਲਾ ਵਿਸ਼ਾ ਨਹੀਂ। ਮੇਰੀ ਆਪਣੀ ਸੋਚ ਇਹ ਕਹਿੰਦੀ ਹੈ ਕਿ ਜਿਹੜੀਆਂ ਪਹਿਲੇ ਦੋ ਕੈਟਾਗਰੀਆਂ ਨੇ ਜਿਹਦੇ ਵਿੱਚ ਲੋਕਾਂ ਨੂੰ ਇਹਦੇ ਬਾਰੇ ਵੈਕਸੀਨ ਦੀ ਵਿੱਚ ਕੰਪੈਰੀਜ਼ਨ ਦਾ ਜਿਹੜਾ ਇਸ਼ੂ ਹੈ, ਜਾਂ ਫਿਰ ਉਹ ਵੈਕਸੀਨ ਦੀ ਜਿਹੜੀ ਕੋਈ ਸਾਈਡ ਇਫੈਕਟ ਨੇ ਉਹਨਾਂ ਤੋਂ ਚਿੰਤਤ ਨੇ, ਉਹਨਾਂ ਦੇ ਕੁਐਸਚਨ ਐਡਰੈਸ ਕੀਤੇ ਜਾ ਸਕਦੇ ਨੇ। ਲੇਕਿਨ ਜਿਹੜੀ ਤੀਜੀ ਕੈਟਾਗਰੀ ਹੈ, ਜਿਹਨਾਂ ਲੋਕਾਂ ਨੇ ਵੈਕਸੀਨ ਨੂੰ ਤੇ ਬਿਮਾਰੀ ਨੂੰ ਹੀ ਅਜੇ ਤੱਕ ਐਕਸੈਪਟ ਨਹੀਂ ਕੀਤਾ, ਉਹਨਾਂ ਦਾ ਸ਼ਾਇਦ ਕੁਝ ਨਹੀਂ ਕੀਤਾ ਜਾ ਸਕਦਾ। ਸੋ ਇਹਦੇ ਬਾਵਜੂਦ ਮੈਂ ਇਹ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਬਾਕੀ ਦੇ ਮੁਲਕ ਜਿਹੜੇ ਨੇ ਕੈਨੇਡਾ ਦੇ ਮੁਕਾਬਲੇ ਦੇ, ਉਹਦੇ ਵਿੱਚ ਕੈਨੇਡਾ ਦੇ ਵਿੱਚ ਸਟਿਲ ਇਹ ਸਿਚੁਏਸ਼ਨ ਕੋਈ ਬਹੁਤ ਬੁਰੀ ਨਹੀਂ। ਭਾਜੀ ਮੈਂ ਤੁਹਾਡੇ ਨਾਲ ਕੁਝ ਹੋਰ ਅੰਕੜੇ ਸ਼ੇਅਰ ਕਰਦਾ ਜੀ, ਖਾਸ ਕਰਕੇ ਆਪਣੇ ਸਾਊਥ ਐਡਮਿੰਟਨ ਦੀ ਜਾਂ ਕਹ ਲਓ ਮਿਲਵੁੱਡ ਏਰੀਏ ਦੀ। ਇਹਦੇ ਵਿੱਚ ਅਗਰ ਦੇਖਿਆ ਜਾਵੇ ਤੇ 75 ਸਾਲ ਦੇ ਉੱਪਰ ਦੇ ਜਿਹੜੇ ਵਿਅਕਤੀ ਨੇ, ਉਹਨਾਂ ਦੇ ਵਿੱਚ ਬਹੁਤ ਵਧੀਆ ਪਰਸੈਂਟੇਜ ਹੈਗੀ ਹੈ ਜਿਨ੍ਹਾਂ ਨੇ ਵੈਕਸੀਨ ਲਵਾ ਲਈ ਆ, ਲਗਭਗ 80%। ਇਸੇ ਤਰ੍ਹਾਂ ਜਿਹੜੇ 12 ਸਾਲ ਤੋਂ ਲੈ ਕੇ ਤਕਰੀਬਨ 18-20 ਸਾਲ ਦੇ ਆ, ਉਹਨਾਂ ਦੇ ਵਿੱਚ ਵੀ ਜਿਹੜੀ ਪਰਸੈਂਟੇਜ ਆ ਤਕਰੀਬਨ 60% ਨਜ਼ਰ ਆ ਰਹੀ ਹੈ। ਪਰ ਜੇਕਰ ਗੱਲ ਕੀਤੀ ਜਾਵੇ 20 ਸਾਲ ਤੋਂ ਲੈ ਕੇ 39 ਸਾਲ ਤੱਕ ਦੇ ਜਿਹੜੇ ਐਡਮਿੰਟੋਨੀਅਨਸ ਨੇ, ਉਹਨਾਂ ਨੇ ਲਗਭਗ 46-47% ਜਿਹੜੀ ਆ ਵੈਕਸੀਨ ਲੋਕਾਂ ਨੇ ਲਵਾਈ ਆ। ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੋ ਸਕਦਾ ਐਡਮਿੰਟਨ ਦੇ ਵਿੱਚ? ਖੈਰ, ਪਹਿਲੀ ਗੱਲ ਤੁਸੀਂ ਏਰੀਆ ਦੀ ਕੀਤੀ ਹੈ, ਮਿਲਵੁੱਡ ਦੇ ਇਲਾਕੇ ਦੀ ਗੱਲ ਕੀਤੀ ਹੈ। ਸਾਊਥ ਵੈਸਟ ਜਾਂ ਈਸਟ ਦੇ ਵੀ ਕੁਝ ਪਾਰਟ ਇਹਦੇ ਵਿੱਚ ਆ ਜਾਂਦੇ ਨੇ। ਇਹ ਕਹਿ ਸਕਦੇ ਕਿ ਮੈਜੋਰਟੀ ਤੌਰ ਤੇ ਇਮੀਗ੍ਰੈਂਟ ਕਮਿਊਨਿਟੀ ਇਸ ਇਲਾਕੇ ਦੇ ਵਿੱਚ ਹੈ, ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਬਹੁਤ ਗਿਣਤੀ ਇੱਥੇ ਹੈ। ਲੇਕਿਨ ਇਹਦੇ ਬਾਰੇ ਮੈਂ ਕੋਈ ਕਿਉਂਕਿ ਤੁਸੀਂ ਕਿਹਾ ਕਿ 30 ਤੋਂ 40 ਸਾਲ ਦਾ ਜਿਹੜਾ ਏਜ ਗਰੁੱਪ ਹੈ, ਮੈਂ ਥੋੜਾ ਇਸ ਨੂੰ ਲੇਜ਼ੀਨੈਸ ਜਾਂ ਅਵੇਸਲਾਪਾਨੀ ਕਹਿ ਸਕਦਾ। ਹੋਰ ਕੋਈ ਕਾਰਨ ਮੈਨੂੰ ਫਿਲਹਾਲ ਨਜ਼ਰ ਨਹੀਂ ਆਉਂਦਾ, ਕਿਉਂਕਿ ਅਗਰ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਬਜ਼ੁਰਗ ਵੀ ਉਹਨਾਂ ਫੈਮਲੀਆਂ ਦੇ ਨਾਲ ਹੀ ਸੰਬੰਧਿਤ ਨੇ ਜਿਨ੍ਹਾਂ ਦੇ ਘਰ ਨੌਜਵਾਨ ਨੇ। ਅਗਰ ਬੱਚੇ ਲਗਵਾ ਰਹੇ ਨੇ, ਛੋਟੀ ਉਮਰ ਦੇ ਲੋਕ ਲਗਵਾ ਰਹੇ ਨੇ, ਤੇ ਬਜ਼ੁਰਗ ਵੀ ਲਵਾ ਰਹੇ ਨੇ, ਤੇ ਜਿਹੜੇ ਫਿਰ ਯੰਗ ਲੋਕ ਨੇ ਜਾਂ ਜਿਹੜੇ ਆਪਣੇ ਅਸੀਂ ਕਹਿ ਸਕਦੇ ਹਾਂ ਕਿ 40 ਜਾਂ 30 ਤੋਂ 40 ਜਾਂ 45 ਸਾਲ ਦੀ ਉਮਰ ਦੇ ਲੋਕ ਨੇ, ਉਹਨਾਂ ਦੀ ਵਿੱਚ ਗਿਣਤੀ ਕਿਉਂ ਮੈਨੂੰ ਸਿਰਫ ਥੋੜਾ ਜਿਹਾ ਅਵੇਸਲਾਪਾਨੀ ਲੱਗਦਾ। ਇਹ ਨਹੀਂ ਹੋਣਾ ਚਾਹੀਦਾ, ਔਰ ਅਸੀਂ ਤਾਂ ਇਹੀ ਬੇਨਤੀ ਜਾਂ ਰਿਕੁਐਸਟ ਕਰ ਸਕਦੇ ਜਾਂ ਤਾਕੀਦ ਕਰ ਸਕਦੇ ਹਾਂ ਕਿ ਇਸ ਨੂੰ ਲਾਈਟਲੀ ਨਾ ਲਿਆ ਜਾਵੇ, ਕਿਉਂਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਲੋਕਾਂ ਨੇ ਪਹਿਲਾਂ ਰਜਿਸਟ ਕੀਤਾ ਸੀ, ਜਿਨ੍ਹਾਂ ਨੇ ਇਸ ਨੂੰ ਮਹਾਮਾਰੀ ਮੰਨਣ ਤੋਂ ਜਾਂ ਬਿਮਾਰੀ ਮੰਨਣ ਤੋਂ ਇਨਕਾਰ ਕੀਤਾ ਸੀ, ਉਹਨਾਂ ਨੇ ਨੁਕਸਾਨ ਬਹੁਤਾ ਉਠਾਇਆ। ਸਾਡੇ ਸਾਹਮਣੇ, ਸਾਡੇ ਸਾਊਥ ਵਾਲੇ ਪਾਸੇ ਅਮਰੀਕਾ ਦੀ ਮਿਸਾਲ ਸਾਹਮਣੇ ਹੈ। ਜਿੰਨਾ ਚਿਰ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਟਰੰਪ ਸਨ, ਉਹ ਖੁਦ ਪਹਿਲਾਂ ਇਨਕਾਰੀ ਰਹੇ, ਬਾਅਦ ਦੇ ਵਿੱਚ ਵੀ ਉਹਨਾਂ ਨੇ ਲੋਕਾਂ ਨੂੰ ਪਤਾ ਨਹੀਂ ਜਾਣ ਬੁੱਝ ਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਹਨਾਂ ਨੂੰ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣ ਦਾ ਯਤਨ ਕੀਤਾ, ਜਿਹਦੇ ਕਰਕੇ ਅਮਰੀਕਾ ਦੀ ਦੁਰਦਸ਼ਾ ਬਹੁਤ ਹੋਈ। ਪਹਿਲੀ ਵੇਵ ਦੇ ਵਿੱਚ, ਦੂਜੀ ਵੇਵ ਦੇ ਵਿੱਚ ਬਹੁਤ ਵਧੀਆ ਸੰਭਾਲਿਆ। ਸੋ ਇਹੀ ਕਹਿ ਸਕਦੇ ਹਾਂ ਕਿ ਲਗਾਉਣੀ ਚਾਹੀਦੀ ਹੈ ਵੈਕਸੀਨ। ਬਿਲਕੁਲ ਜੀ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਉਹ ਐਡਮਿੰਟੋਨੀਅਨਸ ਨੇ ਜਾਂ ਅਲਬਰਟਨਸ ਨੇ ਜਾਂ ਕੈਨੇਡਾ ਵਾਸੀ ਨੇ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਹਿੱਸੇ 'ਚ ਨੇ, ਕਿ ਵੈਕਸੀਨੇਸ਼ਨ ਜਿਹੜੀ ਆ ਸਰਕਾਰਾਂ ਮੁਹੱਈਆ ਕਰਵਾ ਰਹੀਆਂ ਨੇ, ਤੇ ਸਾਡੀ ਵੀ ਡਿਊਟੀ ਬਣਦੀ ਆ ਕਿ ਆਪਾਂ ਵੈਕਸੀਨੇਸ਼ਨ ਜਿਹੜੀ ਆ ਲਗਵਾਈਏ ਤਾਂ ਕਿ ਬੈਕ ਟੂ ਨਾਰਮਲ ਹੋ ਸਕੀਏ। ਭਾਜੀ ਅਗਲੀ ਖਬਰ ਜਿਹੜੀ ਹੈ ਜੀ, ਆਪਾਂ ਅਲਬਰਟਾ ਵੱਲ ਨੂੰ ਚੱਲਦੇ ਹਾਂ। ਤੁਸੀਂ ਜਾਣਦੇ ਹੋ ਕਿ ਜਿਹੜੀ ਅਲਬਰਟਾ ਦੀ ਸਰਕਾਰ ਆ, ਇਹਨੇ ਪਿਛਲੇ 2 ਹਫ਼ਤੇ ਜਿਹੜਾ ਵਾ ਉਹ ਕਾਫੀ ਸਟ੍ਰਿਕਟ ਲੋਕਡਾਊਨ ਰੱਖਿਆ। ਸਕੂਲਸ ਵੀ ਬੰਦ ਕੀਤੇ ਗਏ ਸੀਗੇ, ਜਿੰਨੇ ਵੀ ਬਾਰਸ ਨੇ, ਰੈਸਟੋਰੈਂਟਸ ਨੇ, ਪਬਸ ਨੇ, ਸਲੂਨ ਨੇ, ਸਾਰੇ ਬੰਦ ਸੀਗੇ। ਔਰ ਜਿਸ ਦੇ ਪੋਜ਼ਿਟਿਵ ਨਤੀਜੇ ਵੀ ਦੇਖਣ ਨੂੰ ਮਿਲੇ। ਅੱਜ ਦੀ ਡੇਟ ਦੇ ਵਿੱਚ ਜਿਹੜੇ ਕੇਸਿਸ ਨੇ ਉਹ 390 ਰਹਿ ਗਏ ਨੇ ਅਲਬਰਟਾ ਦੇ, ਜਿਹੜੇ ਕਿ ਕਦੇ 2000 ਤੋਂ ਉੱਪਰ ਵੀ ਚਲੇ ਗਏ ਸੀਗੇ। ਪਰ ਅੱਜ ਸਾਡੇ ਅਲਬਰਟਾ ਦੇ ਪ੍ਰੀਮੀਅਰ ਨੇ ਜੇਸਨ ਕੇਰੀ ਹੋਣਾ ਨੇ, ਉਹਨਾਂ ਨੇ ਇਕਨੋਮੀ ਨੂੰ ਰੀਓਪਨ ਕਰਨ ਦੀ ਜਿਹੜੀ ਗੱਲ ਆ ਉਹ ਐਲਾਨ ਕੀਤਾ ਉਸਦਾ। ਔਰ ਉਹਨਾਂ ਨੇ ਕਿਹਾ ਵੀ 3 ਜਿਹੜੇ ਫੇਸਿਸ ਨੇ ਉਹਦੇ ਵਿੱਚ ਇਸ ਨੂੰ ਅਸੀਂ ਰੀਲਾਂਚ ਕਰਾਂਗੇ ਜੀ। ਪਹਿਲਾ ਜਿਹੜਾ ਫੇਸ ਆ ਉਹ ਜੂਨ 1 ਤੋਂ ਸ਼ੁਰੂ ਹੋ ਰਿਹਾ ਵਾ, ਜਿਹਦੇ ਵਿੱਚ ਸਾਰੇ ਜਿਹੜੇ ਬਾਰਸ ਨੇ ਜਾਂ ਰੈਸਟੋਰੈਂਟ ਨੇ, ਪਬਸ ਨੇ, ਉਹਨਾਂ ਨੂੰ ਜਿਹੜੀ ਆਊਟਡੋਰ ਡਾਈਨਿੰਗ ਆ ਉਹ ਅਲਾਉ ਕਰ ਰਹੇ ਨੇ। ਅਪਾਇੰਟਮੈਂਟਸ ਦੇ ਨਾਲ ਪਰਸਨਲ ਜਿਹੜੇ ਜਿਮਸ ਨੇ ਜਾਂ ਹੋਰ ਜਿਹੜੇ ਇਦਾਂ ਦੇ ਸਲੂਨ ਨੇ, ਟੈਟੂ ਆਰਟਿਸਟ ਜਿਹੜੇ ਨੇ, ਉਹਨਾਂ ਦੇ ਸਾਰਿਆਂ ਦੇ ਓਪਨ ਕਰਨ ਜਾ ਰਹੇ ਨੇ।
ਸੈਕੰਡ ਹਾਂਜੀ ਜਿਹੜਾ ਵਾ ਜੀ ਉਹਨਾਂ ਨੇ ਫੇਸ ਰੱਖਿਆ ਵਾ ਕਿ ਜਦੋਂ ਸਾਡੀ ਹਸਪੀਟਲਾਈਜੇਸ਼ਨ ਦੀ ਗਿਣਤੀ ਜਿਹੜੀ ਆ ਉਹ 500 ਤੋਂ ਨੀਚੇ ਚਲ ਗਈ ਜਾਂ 60% ਤੋਂ ਵਧੇਰੇ ਅਲਬਰਟਨ ਜਿਹੜੇ ਨੇ ਉਹ ਵੈਕਸੀਨ ਲਵਾ ਲੈਣਗੇ। ਤੇ ਤੀਜਾ ਫੇਸ ਉਹਨਾਂ ਨੇ ਕਿਹਾ ਵੀ ਹਾਂਜੀ ਜਦੋਂ 70% ਅਲਬਰਟਨ ਜਿਹੜੇ ਨੇ ਉਹ ਵੈਕਸੀਨ ਲਗਵਾ ਦੇਣਗੇ ਤੇ ਉਹਨਾਂ ਦੀ ਕੈਲਕੂਲੇਸ਼ਨ ਹੈ ਜੀ ਕਿ ਜੁਲਾਈ ਦੇ ਤੱਕ ਅਸੀਂ ਬਿਲਕੁਲ ਨਾਰਮਲਾਈਜ਼ ਹੋ ਜਾਾਂਗੇ, ਸਾਰੀ ਜਿਹੜੀ ਇਕਨੋਮੀ ਅਲਬਰਟਾ ਦੀ ਉਹ ਓਪਨ ਹੋ ਜਾਏਗੀ। ਤੇ ਇਹਦੇ ਉੱਪਰ ਕੀ ਕਮੈਂਟ ਕਰਨਾ ਹਾਂਜੀ ਚਾਹੋਗੇ ਜੀ? ਬਿਲਕੁਲ ਜੀ, ਉਹਨਾਂ ਦੀ ਇਹ ਸਾਰੀ ਡਿਟੇਲ ਮੈਂ ਸੁਣੀ ਵੀ ਹੈ, ਮੈਂ ਪੜ੍ਹ ਵੀ ਰਿਹਾ ਸਾਂ। ਇਹ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਇਹ ਕਿਹਾ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਅਸੀਂ ਤਕਰੀਬਨ ਅਲਬਰਟਾ ਨੂੰ ਪੂਰੀ ਤਰ੍ਹਾਂ ਤੇ ਓਪਨ ਕਰ ਸਕਾਂਗੇ। ਇਹਦੇ ਵਿੱਚ ਮੈਂ ਸਿਰਫ ਆਪਣੇ ਤੌਰ ਤੇ ਤਾਂ ਅਸੀਂ ਕੀ ਪ੍ਰਤੀਕਰਮ ਨਹੀਂ ਬਹੁਤਾ ਦੇ ਸਕਦੇ, ਲੇਕਿਨ ਮੈਂ ਇੱਕ ਦੋ ਗੱਲਾਂ ਐਡ ਕਰਨੀਆਂ ਚਾਹੁੰਦਾ ਕਿ ਇੱਕ ਆਮ ਵਿਅਕਤੀ ਨੂੰ ਵੀ ਥੋੜਾ ਜਿਹਾ ਇਹ ਫੈਸਲਾ ਜਲਦਬਾਜ਼ੀ ਬੜਾ ਲੱਗਦਾ ਹੈ। ਉਹਦਾ ਕਾਰਨ ਪਿੱਛੇ ਇਹ ਹੈ ਕਿ ਸ਼ੁਰੂ ਤੋਂ ਹੀ ਅਗਰ ਅਸੀਂ ਕੈਨੇਡਾ ਦੇ ਵਿੱਚ ਕੁਝ ਲੋਕ ਦੇਖਣੇ ਹੋਣ ਕਿ ਜਿਨ੍ਹਾਂ ਨੇ ਇਸ ਮਹਾਮਾਰੀ ਦੇ ਵਿੱਚ ਲੋਕਡਾਊਨ ਦੇ ਵਿੱਚ ਕੁਝ ਮਿਲਿਆ ਜੁਲਿਆ ਜਿਹੜੇ ਫੈਸਲੇ ਦਿੱਤੇ ਨੇ, ਲੋਕਾਂ ਨੂੰ ਕਲੀਅਰ ਕੱਟ ਡਾਇਰੈਕਸ਼ਨਾਂ ਨਹੀਂ ਦਿੱਤੀਆਂ ਗਈਆਂ। ਤੁਹਾਨੂੰ ਯਾਦ ਹੋਵੇਗਾ ਕਿ ਐਡਮਿੰਟਨ ਦੇ ਵਿੱਚ ਵੀ ਇੱਕ ਚਰਚ ਦਾ ਮਸਲਾ ਇਦਾਂ ਦਾ ਆਇਆ ਸੀ, ਜਿੱਥੇ ਉਹ ਚਰਚ ਦੇ ਪਾਦਰੀ ਜਿਹੜੇ ਨੇ ਉਹਨਾਂ ਨੇ ਕੋਵਿਡ ਦੀਆਂ ਗਾਈਡਲਾਈਨ ਮੰਨਣ ਤੋਂ ਇਨਕਾਰ ਕੀਤਾ, ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ, ਹੋਰ ਉਹਨਾਂ ਨੂੰ ਜਿਹੜੀ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਈ। ਇਸੇ ਤਰ੍ਹਾਂ ਕੈਲਕੀ ਦੇ ਵਿੱਚ ਵੀ ਹੋਇਆ। ਅਲਬਰਟਾ ਦੇ ਵਿੱਚ ਬਾਕੀ ਕੈਨੇਡਾ ਨਾਲੋਂ ਅਜਿਹੇ ਲੋਕਾਂ ਦੀ ਗਿਣਤੀ ਥੋੜੀ ਜਿਹੀ ਵੱਧ ਹੈ ਜਿਹੜੇ ਇਸ ਮਹਾਮਾਰੀ ਨੂੰ ਨਕਾਰਨ ਦਾ ਵੀ ਯਤਨ ਕਰਦੇ ਰਹੇ ਨੇ। ਸੋ ਜੇਸਨ ਕੈਨੀ ਦਾ ਵੀ ਥੋੜਾ ਜਿਹਾ ਪ੍ਰਭਾਵ ਹੈ, ਕਾਰਨ ਹੋ ਸਕਦਾ ਦਾ ਜੀ। ਬਿਲਕੁਲ 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 ਤੁਸੀਂ ਸਹੀ ਗੱਲ। ਔਰ ਉਹਦੇ ਵਿੱਚ ਮੈਂ ਇੱਕ ਜਿਹੜੇ ਅਹਿਮ ਵਿਅਕਤੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਜਿਹੜੇ ਅਲਬਰਟਾ ਦੇ ਚੀਫ ਮੈਡੀਕਲ ਆਫਿਸਰ ਨੇ ਡਾਕਟਰ ਹਿੰਸਾ, ਮੈਂ ਉਮੀਦ ਕਰਦਾ ਕਿ ਆਪਣੇ ਜੇਸਨ ਕੈਨੀ ਨੇ ਓਬਵੀਅਸਲੀ ਉਹਨਾਂ ਦੇ ਨਾਲ ਸਲਾਹ ਕਰਕੇ ਇਹ ਸਾਰੇ ਫੈਸਲੇ ਲਏ ਹੋਣਗੇ, ਲੇਕਿਨ ਡਾਕਟਰ ਹਿੰਸਾ ਦੇ ਜਿਹੜੇ ਕਾਊਂਟਰ ਪਾਰਟ ਨੇ, ਜਿਹੜੇ ਸਾਬਕਾ ਚੀਫ ਮੈਡੀਕਲ ਆਫਿਸਰ ਨੇ ਅਲਬਰਟਾ ਦੇ, ਉਹਨਾਂ ਨੇ ਬੜੇ ਹੀ ਕਰੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਇਸ ਫੈਸਲੇ ਤੇ। ਉਹਨਾਂ ਨੇ ਇਹ ਕਿਹਾ ਜੀ ਕਿ ਮੈਨੂੰ ਡਿਸਅਪੁਆਇੰਟਮੈਂਟ ਹੋਈ ਹੈ, ਮੈਨੂੰ ਨਿਰਾਸ਼ਤਾ ਹੋਈ ਹੈ, ਪਰ ਉਹਨਾਂ ਨੇ ਕਿਹਾ ਕਿ ਮੈਨੂੰ ਹੈਰਾਨੀ ਨਹੀਂ ਹੋਈ ਕਿ ਇਹ ਜਲਦਬਾਜ਼ੀ ਨਾਲ ਲਿਆ ਗਿਆ ਫੈਸਲਾ ਹੈ। ਉਹਨਾਂ ਦੇ ਕਹਿਣ ਮੁਤਾਬਕ ਇਸ ਫੈਸਲੇ ਦੇ ਨਾਲ ਅਸੀਂ ਕਾਹਲੀ ਕਰ ਰਹੇ ਹਾਂ, ਅਲਬਰਟਾ ਦੀ ਸਰਕਾਰ ਕਾਹਲੀ ਕਰ ਰਹੀ ਹੈ ਸਾਰੀ ਓਪਨਿੰਗ ਦੀ, ਰੀਲਾਂਚ ਦੀ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੀ ਜਲਦਬਾਜ਼ੀ ਦੇ ਨਤੀਜੇ ਭਿਆਨਕ ਹੋ ਸਕਦੇ ਨੇ। ਚੌਥੀ ਜਿਹੜੀ ਵੇਵ ਅਗਰ ਆਈ ਤੇ ਹੋ ਸਕਦਾ ਹੈ ਕਿ ਅਲਬਰਟਾ ਦੇ ਵਿੱਚ ਸਿੱਟੇ ਗੰਭੀਰ ਹੋਣ। ਸੋ ਮੈਂ ਸਮਝਦਾ ਕਿ ਇੱਕ ਚੀਫ ਮੈਡੀਕਲ ਆਫਿਸਰ ਜਿਹੜਾ ਹੈ, ਔਰ ਉਹ ਚੀਫ ਮੈਡੀਕਲ ਆਫਿਸਰ ਜਿਹੜੇ ਨੇ ਜੇਮਸ ਟੈਲਬਰਟ, ਉਹ ਇਸ ਵੇਲੇ ਜੋ ਐਡਮਿੰਟਨ ਦੀ ਕੋਵਿਡ ਆਪਣੀ ਜਿਹੜੀ ਕੋਵਿਡ ਨਾਲ ਨਜਿੱਠਣ ਦੀ ਕਮੇਟੀ ਹੈ ਉਹਦੇ ਕੋ-ਚੇਅਰ ਵੀ ਨੇ, ਇਸ ਵੇਲੇ ਵੀ ਅਹੁਦੇ ਤੇ ਨੇ। ਲੇਕਿਨ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਔਰ ਇੰਨੇ ਸਖਤ ਸ਼ਬਦਾਂ ਦਾ ਇਸਤੇਮਾਲ ਕਰਨਾ, ਮੈਨੂੰ ਲੱਗਦਾ ਹੈ ਕਿ ਇਸ ਤੇ ਠੀਕ ਆ। ਅਸੀਂ ਸਾਰੇ ਚਾਹੁੰਦੇ ਹਾਂ ਛੋਟੇ ਬਿਜ਼ਨਸ ਦੀ ਖਾਸ ਕਰਕੇ ਗੱਲ ਹੁੰਦੀ ਹੈ, ਜਿਵੇਂ ਤੁਸੀਂ ਦੱਸਿਆ ਕਿ ਸੈਲੂਨਸ ਨੇ, ਆਪਣੇ ਜਿਮਸ ਨੇ, ਆਪਣੇ ਰੈਸਟੋਰੈਂਟ ਨੇ, ਉਹਨਾਂ ਨੇ ਬਹੁਤ ਮੁਸ਼ਕਲ ਦੌਰ ਦੇਖਿਆ ਜਦੋਂ ਤੋਂ ਹੀ ਕੋਵਿਡ ਦੀਆਂ ਰੈਸਟ੍ਰਿਕਸ਼ਨਾਂ ਲੱਗੀਆਂ ਨੇ। ਲੇਕਿਨ ਇਸ ਮਹਾਮਾਰੀ ਨੂੰ ਅਸੀਂ ਕਿਸੇ ਤਰ੍ਹਾਂ ਦਾ ਲਾਈਟਲੀ ਜਾਂ ਅਸੀਂ ਇਸ ਤਰ੍ਹਾਂ ਨਹੀਂ ਲੈ ਸਕਦੇ। ਉਮੀਦ ਕਰਦੇ ਹਾਂ ਕਿ ਫੈਸਲਾ ਸਹੀ ਸਾਬਤ ਹੋਵੇ, ਲੇਕਿਨ ਇਸ ਫੈਸਲੇ ਤੇ ਕਾਫੀ ਕਿੰਤੂ ਪ੍ਰੰਤੂ ਹੋਏ ਨੇ। ਠੀਕ ਹੈ ਭਾਜੀ, ਜਾਂਦਾ ਜਾਂਦਾ ਥੋੜਾ ਜਿਹਾ ਬਰੀਫ ਦੇ ਵਿੱਚ ਇਹ ਦੱਸ ਦਿਓ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਉਥਲ ਪੁਥਲ ਕਾਫੀ ਹੋ ਰਹੀ ਹੈ, ਸੋ ਕੀ ਨਵੇਂ ਸਮੀਕਰਨ ਬਣਦੇ ਦਿਸਦੇ ਨੇ ਜੀ? ਮਨਜੀਤ ਸਿੰਘ ਜੀ, ਜਿੰਨੀ ਕੁ ਮੇਰੀ ਆਪਣੀ ਯਾਦਾਸ਼ਤ ਹੈ ਪੁਰਾਣੀ, ਇਹ ਠੀਕ ਹੈ ਕਿ ਪੰਜਾਬ ਦੇ ਵਿੱਚ 1984 ਤੋਂ ਲੈ ਕੇ 90-95 ਤੱਕ ਦਾ ਦੌਰ ਬੜਾ ਭਿਆਨਕ ਰਿਹਾ ਹੈ, ਬੜੀ ਉਥਲ ਪੁਥਲ ਰਹੀ ਹੈ, ਰਾਜਨੀਤਿਕ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ। ਲੇਕਿਨ ਇਸ ਸਮੇਂ ਨੂੰ ਮੈਂ ਥੋੜਾ ਜਿਹਾ ਇਸ ਤਰ੍ਹਾਂ ਦਾ ਦੇਖਦਾ ਕਿ ਇੰਨੀ ਜ਼ਿਆਦਾ ਜਿਹਨੂੰ ਅਸੀਂ ਇਹ ਕਹਿ ਰਹੀਏ ਕਿ ਹੌਚ ਪੌਚ ਜਿਹਨੂੰ ਅਸੀਂ ਕਹਿੰਦੇ ਹਾਂ, ਹੌਚ ਪੌਚ ਮੈਂ ਇਸ ਕਰਕੇ ਕਹਾਂਗਾ ਕਿ ਅਕਸਰ ਇਹ ਗੱਲ ਬੜੀ ਇਹ ਆਪਣੇ ਪੁਰਾਣੀ ਅਗਰ ਹਿਸਟਰੀ ਪੰਜਾਬ ਦੀ ਦੇਖਦੇ ਹਾਂ ਤੇ ਅਕਾਲੀ ਦਲ 2-3 ਸਦਾ ਹੀ ਹੁੰਦੇ ਨੇ। ਕਦੀ ਇੱਕ ਸ਼ਾਇਦ ਘੱਟ ਹੀ ਹੋਇਆ, 2 ਤਾਂ ਹੁੰਦੇ ਨੇ, ਕਈ ਵਾਰੀ 3 ਵੀ ਬਣ ਜਾਂਦੇ ਨੇ। ਹੁਣ ਅਕਾਲੀ ਦਲ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਇੱਕ ਬਾਦਲ ਧਿਰ ਹੈ ਜੇ ਕਿ ਆਪਣੇ ਬਿਨਾਂ ਸ਼ੱਕ ਉਹਨਾਂ ਨੇ ਰਾਜ ਵੀ ਕੀਤਾ ਹੈ, ਲੇਕਿਨ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਬੈਕਫੁੱਟ ਤੇ ਨੇ। ਅਗਰ ਅਸੀਂ ਬੇਅਦਬੀਆਂ ਦੀ ਗੱਲ ਕਰੀਏ, ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਣਾ ਮੁਸ਼ਕਲ ਹੋਇਆ ਪਿਆ ਸੀ। ਥੋੜਾ ਜਿਹਾ ਸੌਖਾ ਸਾਹ ਆਉਣ ਲੱਗਿਆ,
ਲੇਕਿਨ ਇੱਕ ਉਹਨਾਂ ਦੇ ਵਿੱਚੋਂ ਹੁਣ ਬਾਗੀ ਧੜਾ, ਜਿਸ ਨੂੰ ਅਸੀਂ ਸੰਯੁਕਤ ਅਕਾਲੀ ਦਲ ਕਹਿੰਦੇ, ਢੀਂਡਸਾ ਸਾਹਿਬ ਕਹਿ ਲਓ, ਉਹਨਾਂ ਦਾ ਗਰੁੱਪ ਹੈ, ਬ੍ਰਹਮਪੁਰਾ ਸਾਹਿਬ ਦਾ ਗਰੁੱਪ ਹੈ। ਸੋ ਮਾਨ ਦਲ ਇੱਕ ਪਹਿਲਾਂ ਹੀ ਵੱਖਰਾ, ਸੋ ਤਿੰਨ ਦਲ ਤੇ ਉਹ ਨੇ ਜੀ। ਕਾਂਗਰਸ ਜਿਹੜੀ ਨਾਰਮਲੀ ਇੱਕ ਹੁੰਦੀ ਸੀ, ਉਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਿੱਧੂ ਸਾਹਿਬ ਤੇ ਆਪਣੇ ਪ੍ਰਗਟ ਸਿੰਘ ਜੀ ਤੇ ਆਪਣੇ ਕੈਪਟਨ ਸਾਹਿਬ ਦਾ ਧੜਾ ਬੜੀ ਓਪਨ ਤੇ ਖੁੱਲੀ ਲੜਾਈ ਚੱਲੀ। ਸੋ ਦੋ ਕਾਂਗਰਸ ਦੇ ਵਿੱਚ ਵੱਡੇ ਧੜੇ ਬਣ ਚੁੱਕੇ ਨੇ। ਇਸ ਦੇ ਨਾਲ ਫਿਰ ਤੁਸੀਂ ਆਮ ਆਦਮੀ ਪਾਰਟੀ ਜਿਹੜੀ ਹੈ, ਠੀਕ ਹੈ, ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ, ਅਕਾਲੀ ਦਲ, ਕਾਂਗਰਸ, ਉਹ ਕਹਿੰਦੇ ਨੇ ਜੀ ਉਹ ਛੱਡ ਦਿਓ ਜੀ, ਖਤਮ ਹੋ ਗਏ ਨੇ, ਪਰ ਮੈਨੂੰ ਨਹੀਂ ਲੱਗਦਾ ਉਹ ਵੀ ਇੱਕ ਧਿਰ ਨੇ। ਭਾਰਤੀ ਜਨਤਾ ਪਾਰਟੀ ਦਾ ਵਜੂਦ ਭਾਵੇਂ ਘੱਟ ਹੋਵੇ, ਲੇਕਿਨ ਕੁਝ ਵਿਅਕਤੀ, ਮੈਨੂੰ ਇੱਥੇ ਕੋਈ ਨਿੱਜੀ ਤੌਰ ਤੇ ਮੈਂ ਇੱਥੇ ਆ ਇਸ ਵੇਲੇ, ਤੇ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਨਹੀਂ, ਬੀਜੇਪੀ ਦਾ ਆਧਾਰ ਪੰਜਾਬ ਦੇ ਵਿੱਚ ਘੱਟ ਜ਼ਰੂਰ ਹੈ, ਕਿਸਾਨ ਅੰਦੋਲਨ ਕਰਕੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਧਾਰਮਿਕ ਰਾਜਨੀਤੀ ਖੇਲਦੇ ਹੋਣ ਕਰਕੇ ਉਹਨਾਂ ਦੇ ਵੀ ਕੁਝ ਸ਼ਰਧਾਲੂ ਪੰਜਾਬ ਦੇ ਵਿੱਚ ਹਨ। ਸੋ ਇਸ ਵੇਲੇ ਕੀ ਹੋਣਾ ਹੈ ਪੰਜਾਬ ਦੇ ਵਿੱਚ, ਅਗਰ ਅੱਜ ਕੋਈ ਵਿਅਕਤੀ, ਇਹ ਕਹਿਣਾ ਸ਼ਾਇਦ ਬੜਾ ਹੀ ਮੁਸ਼ਕਲ ਹੈ ਕਿ ਅੱਜ ਅਗਰ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ 2 ਮਹੀਨਿਆਂ ਨੂੰ, ਤੇ ਕੀ ਹੋਵੇਗਾ। ਸੋ ਇਸ ਤਰ੍ਹਾਂ ਦਾ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ, ਜਿਹਨੂੰ ਅਸੀਂ ਖਿਚੜੀ, ਅਗਰ ਮੈਂ ਆਪਣੇ ਤੌਰ ਤੇ ਕਹਾਂ, ਤੇ ਬਹੁਤ ਘੱਟ ਮੈਨੂੰ ਮੇਰੀ ਯਾਦ ਦੇ ਵਿੱਚ ਘੱਟ ਹੋਈ ਹੈ। ਲੇਕਿਨ ਅੱਗੇ ਜਾ ਕੇ ਕੀ ਕੁਝ ਠੀਕ ਹੁੰਦਾ ਹੈ, ਕੀ ਕੁਝ ਕਲੀਅਰ ਹੁੰਦਾ ਹੈ, ਕਿਉਂਕਿ ਕੱਲ ਹੀ ਇੱਕ ਖਬਰ ਉੱਡ ਰਹੀ ਸੀ ਕਿ ਆਪਣੇ ਜਿਹੜੇ ਨੇ ਜੀ ਸੁਖਪਾਲ ਸਿੰਘ ਖਹਿਰਾ, ਉਹ ਦੁਬਾਰਾ ਕਾਂਗਰਸ ਦੇ ਵਿੱਚ ਵਾਪਸੀ ਕਰ ਰਹੇ ਨੇ। ਸੋ ਬਹੁਤ ਸਾਰੀਆਂ ਸਮੀਕਰਨਾਂ ਨੇ। ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਕਿ ਇਸ ਖਿਚੜੀ ਦੇ ਵਿੱਚੋਂ ਅਗਰ ਕੁਝ ਚੰਗਾ ਨਿਕਲ ਆਵੇ ਤੇ ਪੰਜਾਬ ਦੀ ਜਿਹੜੀ ਹੈ ਸ਼ਾਇਦ ਕੁਝ ਹਾਲਤ ਸੁਧਰ ਸਕੇ ਜਾਂ ਕੋਈ ਸਰਕਾਰ, ਲੇਕਿਨ ਮੌਜੂਦਾ ਜਿਹੜਾ ਪੰਜਾਬ ਦੇ ਵਿੱਚ ਹਾਲਤ ਹੈ ਉਹ ਕੋਈ ਬਹੁਤ ਚੰਗੀ ਨਹੀਂ। ਚਲੋ ਭਾਜੀ, ਆਸ ਕਰਦੇ ਹਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਸਮੀਕਰਨ ਚੰਗੇ ਬਣਨ, ਜਿਹੜਾ ਕਿਸਾਨੀ ਅੰਦੋਲਨ ਆ ਉਹ ਵੀ ਕਿਸੇ ਬੰਨੇ ਲੱਗੇ, ਕਿਸਾਨ ਆਪੋ ਆਪਣੇ ਘਰੀ ਜਾਣ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਤੁਹਾਡੇ ਨਾਲ ਦੁਬਾਰਾ ਸੰਪਰਕ ਸਾਧਾਂਗੇ, ਔਰ ਜਿਹੜੇ ਪੰਜਾਬ ਦੇ ਵਿੱਚ ਰਾਜਨੀਤਿਕ ਨਵੀਆਂ ਇਕੁਏਸ਼ਨਸ ਬਣਦੀਆਂ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ, ਔਰ ਅਲਬਰਟਾ ਕੈਨੇਡਾ ਦੀ ਰਾਜਨੀਤੀ ਪਰ ਵੀ ਗੱਲ ਹੋਵੇਗੀ। ਹੁਣ ਜੀ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ, ਫਿਰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ।